श्री राग महला पहला घर चौथा। सोई मौला जिन जग मौलिया, हरिया किया संसारो। आब खाक जिन बंध रहाई, तन सिरजनहारो। मौला ਦਾ ਮਤਲਬ ਹੈਗਾ ਮਾਲਕ ਤੇ ਮੌਲਿਆ ਦਾ ਮਤਲਬ ਹੈਗਾ ਖਿੜਾਇਆ ਹੈ, ਪ੍ਰਫੁੱਲਤ ਕੀਤਾ ਹੈ। ਸੋਈ ਦਾ ਮਤਲਬ ਉਹ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁੱਲਤ ਕੀਤਾ ਹੈ ਔਰ ਜਿਸ ਨੇ ਇਸ ਨੂੰ ਹਰਾ ਭਰਾ ਕੀਤਾ ਹੈ, ਮਤਲਬ ਕਿ ਜਿਸ ਮਾਲਕ ਨੇ ਹੋਂਦ ਦੇ ਅੰਦਰ ਸਾਰਾ ਜਗਤ ਲਿਆਂਦਾ ਹੈ, ਜਿਸ ਕਰਕੇ ਸਾਰਾ ਜਗਤ ਹੋਂਦ ਵਿੱਚ ਆਇਆ ਹੈ, ਉਹੀ ਇਸ ਦਾ ਮਾਲਕ ਹੈ। ਮੌਲਾ ਦਾ ਮਤਲਬ ਮਾਲਕ, ਮੌਲਿਆ ਦਾ ਮਤਲਬ ਪ੍ਰਫੁੱਲਤ ਕੀਤਾ ਹੈ। ਤਾਂ ਸਾਰਾ ਜਗਤ ਜਿਸ ਨੇ ਪ੍ਰਫੁੱਲਤ ਕੀਤਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਹਰਾ ਭਰਾ ਕੀਤਾ ਹੈ। ਆਪ ਖਾਕ ਜਿਨ ਬੰਦ ਰਹਾਈ, ਧਨ ਸਿਰਜਣਹਾਰੋ। ਆਪ ਦਾ ਮਤਲਬ ਪਾਣੀ, ਖਾਕ ਦਾ ਮਤਲਬ ਮਿੱਟੀ, ਬੰਦ ਰਹਾਈ ਦਾ ਮਤਲਬ ਬੰਨ ਕੇ ਰੱਖ ਦਿੱਤੀ ਹੈ। ਜਿਸ ਨੇ ਪਾਣੀ ਔਰ ਮਿੱਟੀ ਜੋ ਵਿਰੋਧੀ ਤੱਤ ਨੇ ਉਹ ਇਕੱਠੇ ਕਰਕੇ ਰੱਖ ਦਿੱਤੇ ਨੇ, ਉਹ ਸਿਰਜਣਹਾਰ ਧਨ ਹੈ। ਉਹੀ ਸੰਸਾਰ ਦਾ ਅਸਲ ਮਾਲਕ ਹੈ ਤੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਮਰਨਾ ਮੁੱਲਾ ਮਰਨਾ, ਭੀ ਕਰਤਾਰੋਂ ਡਰਨਾ। ਇਹਨੂੰ ਮੁੱਲਾ ਨਹੀਂ ਪੜਨਾ, ਮੁੱਲਾ ਤੇ ਲੱਲੇ ਦੇ ਨਾਲ ਬਿੰਦੀ ਲਾ ਕੇ ਮੁੱਲਾ। ਮੁੱਲਾ ਦਾ ਮਤਲਬ ਹੈ ਮੁੱਲਾ, ਮਰਨਾ ਦਾ ਮਤਲਬ ਮਰਨਾ ਹੈ ਕਿ ਹੈ ਮੁੱਲਾ ਆਖਿਰ ਹਰ ਇਨਸਾਨ ਨੇ ਮਰਨਾ ਹੈ। ਮਰਨਾ ਮੁੱਲਾ ਮਰਨਾ ਦਾ ਮਤਲਬ ਕਿ ਹਰ ਇੱਕ ਦੇ ਉੱਤੇ ਮੌਤ ਆਉਣੀ ਹੈ, ਹਰ ਇਨਸਾਨ ਨੇ ਸਰੀਰਕ ਤੌਰ ਤੇ ਖਤਮ ਹੋ ਜਾਣਾ ਹੈ। ਤਾਂ ਸਾਨੂੰ ਫਿਰ ਕੀ ਕਰਨਾ ਚਾਹੀਦਾ ਹੈ? ਭੀ ਕਰਤਾਰੋਂ ਡਰਨਾ। ਭੀ ਦਾ ਮਤਲਬ ਤਾਂ ਤੇ, ਕਰਤਾਰੋਂ ਦਾ ਮਤਲਬ ਕਰਤਾਰ ਤੋਂ, ਰਚਨਹਾਰ ਤੋਂ। ਤਾਂ ਤੇ ਰਚਨਹਾਰ ਤੋਂ ਡਰਨਾ ਚਾਹੀਦਾ ਹੈ। ਡਰਨ ਦਾ ਮਤਲਬ ਭੈ ਖਾਣਾ ਨਹੀਂ ਹੈ। ਇੱਥੇ ਡਰਨ ਦਾ ਮਤਲਬ ਕਰਤਾਰ ਦੇ ਅਦਬ ਵਿੱਚ ਰਹਿਣਾ ਚਾਹੀਦਾ ਹੈ, ਹੁਕਮ ਵਿੱਚ ਰਹਿਣਾ ਚਾਹੀਦਾ ਹੈ, ਰਜ਼ਾ ਔਰ ਭਾਣੇ ਦੇ ਵਿੱਚ ਤੁਰਨਾ ਚਾਹੀਦਾ ਹੈ। ਕਿਉਂਕਿ ਜਦੋਂ ਮਰ ਹੀ ਜਾਣਾ ਹੈ, ਜੀਵਨ ਦਾ ਅੰਤ ਹੀ ਹੋ ਜਾਣਾ ਹੈ, ਤਾਂ ਫਿਰ 4 ਦਿਨ ਦੀ ਜ਼ਿੰਦਗੀ ਵਾਸਤੇ ਅਹੰਕਾਰ ਔਰ ਵਿਕਾਰਾਂ ਵਿੱਚ ਜ਼ਿੰਦਗੀ ਕਿਉਂ ਜੀਣੀ? ਆਪ ਹੁਦਰੀ ਜ਼ਿੰਦਗੀ ਕਿਉਂ ਜੀਣੀ? ਰਜ਼ਾ, ਭਾਣੇ ਔਰ ਹੁਕਮ ਦੇ ਅੰਦਰ ਜ਼ਿੰਦਗੀ ਜੀਣ ਦਾ ਯਤਨ ਕਰਨਾ ਚਾਹੀਦਾ ਹੈ, ਜਿਸ ਕਰਕੇ ਇਹ ਜੀਵਨ ਸਫਲ ਹੋਇਆ ਰਹਿੰਦਾ ਹੈ। ਤਾਂ ਤੂੰ ਮੁੱਲਾ, ਤਾਂ ਤੂੰ ਕਾਜ਼ੀ, ਜਾਣਹਿ ਨਾਮ ਖੁਦਾਈ। ਜਾਣਹਿ ਦਾ ਮਤਲਬ ਤੂੰ ਜਾਣੇ, ਨਾਮ ਖੁਦਾਈ ਦਾ ਮਤਲਬ ਖੁਦਾ ਦਾ ਨਾਮ। ਤਾਂ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾ ਸਮਝ, ਤਦੋਂ ਹੀ ਤੂੰ ਕਾਜ਼ੀ ਸਮਝ, ਜਦੋਂ ਤੂੰ ਰੱਬ ਦੇ ਨਾਮ ਨਾਲ ਯਾਨੀ ਹੁਕਮ ਦੇ ਨਾਲ ਡੂੰਗੀ ਸਾਂਝ ਪਾ ਲਵੇਂ। ਜਾਣੇ ਦਾ ਮਤਲਬ ਜਾਣ ਲਵੇਂ, ਡੂੰਗੀ ਸਾਂਝ ਪਾ ਲਵੇਂ, ਰੱਬੀ ਹੁਕਮ ਨੂੰ ਸਮਝ ਲਵੇਂ ਔਰ ਰੱਬੀ ਹੁਕਮ ਮੁਤਾਬਕ ਜ਼ਿੰਦਗੀ ਜੀਵੇਂ, ਰੱਬੀ ਗੁਣਾਂ ਦਾ ਧਾਰਨੀ ਹੋਵੇਂ। ਤਾਂ ਹੀ ਤੂੰ ਮੁੱਲਾ, ਤਾਂ ਹੀ ਤੂੰ ਕਾਜ਼ੀ ਅਖਵਾਨ ਦਾ ਹੱਕਦਾਰ ਹੈ। ਨਹੀਂ ਤਾਂ ਨਿਰੀਆਂ ਪੁਸਤਕਾਂ ਪੜ੍ਹ ਕੇ ਤਾਂ ਕੋਈ ਰੱਬ ਦਾ ਪਿਆਰਾ ਨਹੀਂ ਹੋ ਜਾਂਦਾ। ਜੇ ਬਹੁ ਤੇਰਾ ਪੜਿਆ ਹੋਵੇ, ਕੋ ਰਹਿ ਨਾ ਭਰੀਏ ਪਾਈ। ਇਹਨੂੰ ਪਾਈ ਨਹੀਂ ਬੋਲਣਾ, ਪਾਈ ਬੋਲਣਾ ਹੈ, ਪਾਈ। ਭਰੀਏ ਪਾਈ ਦਾ ਮਤਲਬ ਜਦੋਂ ਪਾਈ ਭਰ ਜਾਂਦੀ ਹੈ। ਪਾਈ ਪਨ ਘੜੀ ਨੂੰ ਕਹਿੰਦੇ ਨੇ। ਇੱਕ ਨਿੱਕੀ ਜਿਹੀ ਕੁੱਜੀ, ਉਹਦੇ ਹੇਠਾਂ ਇੱਕ ਨਿੱਕੀ ਜਿਹੀ ਮੋਰੀ ਕੀਤੀ ਜਾਂਦੀ ਹੈ, ਛੇਕ ਹੁੰਦਾ ਹੈ, ਜਿਸ ਤੇ ਰਾਹੀਂ ਉਸ ਘੜੀ ਦੇ ਵਿੱਚ ਪਾਣੀ ਪੈਂਦਾ ਹੈ। ਤੇ ਜਿਵੇਂ ਜਿਵੇਂ ਪਾਣੀ ਉੱਤੇ ਨੂੰ ਚੜ੍ਹਦਾ ਜਾਂਦਾ ਹੈ, ਜਦੋਂ ਉਹ ਪਾਈ ਘੜੀ ਨਿੱਕੀ ਜਿਹੀ ਕੁੱਜੀ ਪਾਣੀ ਦੇ ਨਾਲ ਭਰ ਜਾਂਦੀ ਹੈ, ਤਾਂ ਉਹ ਪਾਣੀ ਦੇ ਅੰਦਰ ਡੁੱਬ ਜਾਂਦੀ ਹੈ। ਉਹਨੂੰ ਪਾਈ ਕਹਿੰਦੇ ਨੇ। ਜਦੋਂ ਪਾਈ ਭਰ ਜਾਏ ਤਾਂ ਉਹ ਡੁੱਬ ਜਾਂਦੀ ਹੈ। ਇਹ ਵਕਤ ਦਾ ਵਿਉਂਤ ਰੱਖਣ ਵਾਸਤੇ, ਹਿਸਾਬ ਰੱਖਣ ਵਾਸਤੇ ਇੱਕ ਵਿਉਂਤ ਸੀ। ਵਕਤ ਦਾ ਹਿਸਾਬ ਰੱਖਣ ਲਈ ਇੱਕ ਵਿਉਂਤਬੰਦੀ ਸੀ। ਤਾਂ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਾਵੇਂ ਤੂੰ ਕਿੰਨੀਆਂ ਵੀ ਮਜ਼ਹਬੀ ਕਿਤਾਬਾਂ ਪੜ੍ਹ ਜਾਏ, ਮੌਤ ਫਿਰ ਵੀ ਨਹੀਂ ਟਲੇਗੀ। ਜਿਵੇਂ ਪਨ ਘੜੀ ਜਦੋਂ ਪਾਣੀ ਦੇ ਨਾਲ ਭਰ ਜਾਂਦੀ ਹੈ ਤਾਂ ਉਹ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ, ਉਹ ਡੁੱਬ ਜਾਂਦੀ ਹੈ।
ਇਸੇ ਤਰ੍ਹਾਂ ਇਹ ਜੀਵਨ ਵੀ ਜਿਹੜਾ ਹੈ ਅਸੀਮ ਨਹੀਂ ਹੈ, ਇਹ ਸੀਮਤ ਹੈ। ਆਖਿਰ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ, ਆਖਿਰ ਮੌਤ ਆ ਜਾਂਦੀ ਹੈ, ਭਾਵੇਂ ਕੋਈ ਕਿੰਨਾ ਵੀ ਪੜਿਆ ਹੋਵੇ, ਧਾਰਮਿਕ ਗ੍ਰੰਥ ਕਿਤਨੇ ਵੀ ਪੜੇ ਹੋਣ। ਸੋਈ ਕਾਜੀ ਜਿਨ ਆਪ ਤਜਿਆ, ਇੱਕ ਨਾਮ ਕੀਆ ਆਧਾਰੋ। ਤਜਿਆ ਦਾ ਮਤਲਬ ਛੱਡਿਆ ਹੈ, ਆਪ ਦਾ ਮਤਲਬ ਆਪਣਾ ਆਪਾ, ਨਾਮ ਦਾ ਮਤਲਬ ਹੁਕਮ, ਆਧਾਰੋ ਦਾ ਮਤਲਬ ਆਸਰਾ। ਗੁਰੂ ਜੀ ਕਹਿੰਦੇ ਨੇ ਉਹੀ ਮਨੁੱਖ ਅਸਲੀ ਕਾਜੀ ਹੈ ਜਿਸਨੇ ਆਪਾ ਭਾਵ ਤਿਆਗ ਦਿੱਤਾ ਹੈ, ਆਪਣੀ ਈਗੋ, ਆਪਣੇ ਹੰਕਾਰ ਨੂੰ ਛੱਡਿਆ ਹੈ ਔਰ ਰੱਬੀ ਹੁਕਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ। ਰੱਬੀ ਹੁਕਮ ਨੂੰ, ਰੱਬੀ ਸਿਫਤ ਸਲਾਹ ਨੂੰ ਆਪਣੇ ਜੀਵਨ ਦਾ ਬੇਸ ਬਣਾਇਆ ਹੈ। ਆਪਾਂ ਇਹ ਵਿਚਾਰ ਬਹੁਤ ਵਾਰ ਕਰ ਚੁੱਕੇ ਹਾਂ ਕਿ ਜੈਸੀ ਨੀਂਹ ਹੋਏਗੀ ਵੈਸਾ ਹੀ ਮਕਾਨ ਹੋਏਗਾ। ਜੈਸੀ ਕਿਸੇ ਦੀ ਸੋਚ ਦਾ ਆਧਾਰ ਹੋਏਗਾ, ਸੋਚ ਹੋਏਗੀ, ਵੈਸਾ ਹੀ ਜੀਵਨ ਉਸਰੇਗਾ, ਵੈਸੇ ਹੀ ਉਹਦੇ ਕਰਮ ਹੋਣਗੇ। ਜਿਸ ਦੀ ਸੋਚ ਦਾ ਬੇਸ ਸੱਚ ਹੈ, ਦਇਆ, ਧਰਮ, ਧੀਰਜ ਹੈ, ਰੱਬੀ ਹੁਕਮ ਹੈ, ਤਾਂ ਉਹਦਾ ਜੀਵਨ ਵੀ ਇੰਨਾ ਹੀ ਸੋਹਣਾ ਔਰ ਸੁੰਦਰ ਹੋਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਅਸਲ ਕਾਜੀ ਉਹੀ ਹੈ ਜਿਸਨੇ ਆਪਣਾ ਆਪਾ ਤਿਆਗ ਦਿੱਤਾ ਹੈ, ਜਿਸਨੇ ਰੱਬੀ ਹੁਕਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ, ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ, ਯਾਨੀ ਜੋ ਰੱਬੀ ਹੁਕਮ ਵਿੱਚ ਤੁਰਦਾ ਹੈ। ਅਗਲਾ ਬਚਨ ਕਰਦੇ ਨੇ, ਹੈ ਭੀ ਹੋਸੀ ਜਾਏ ਨਾ ਜਾਸੀ, ਸੱਚਾ ਸਿਰਜਣਹਾਰੋ। ਹੋਸੀ ਦਾ ਮਤਲਬ ਕਾਇਮ ਰਹੇਗਾ, ਜਾਏ ਨਾ ਦਾ ਮਤਲਬ ਜੰਮਦਾ ਨਹੀਂ ਹੈ, ਨਾ ਜਾਸੀ ਦਾ ਮਤਲਬ ਮਰੇਗਾ ਵੀ ਨਹੀਂ, ਸੱਚਾ ਦਾ ਮਤਲਬ ਸਦਾ ਸਥਿਰ ਰਹਿਣ ਵਾਲਾ, ਸਿਰਜਣਹਾਰੋ ਦਾ ਮਤਲਬ ਸਿਰਜਣਹਾਰ, ਜੋ ਹੁਣ ਵੀ ਹੈ ਅਗਾਂਹ ਨੂੰ ਵੀ ਹੋਵੇਗਾ, ਜੋ ਨਾ ਜੰਮਦਾ ਹੈ ਨਾ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਨੂੰ ਪੈਦਾ ਕਰਨ ਵਾਲਾ ਹੈ। ਯਾਨੀ ਉਹ ਸਭ ਨੂੰ ਪੈਦਾ ਕਰਨ ਵਾਲਾ ਹੈ, ਸੰਸਾਰ ਦਾ ਸਿਰਜਕ ਹੈ, ਸदैव ਹੈ, ਉਹ ਜੰਮਦਾ ਔਰ ਮਰਦਾ ਨਹੀਂ ਹੈ, ਜਨਮ ਔਰ ਮਰਨ ਤੋਂ ਰਹਿਤ ਹੈ। ਪੰਜ ਵਕਤ ਨਿਵਾਜ਼ ਗੁਜ਼ਾਰ ਹੈ, ਪੜ੍ਹੇ ਕਤੇਬ ਕੁਰਾਨਾ। ਪੜ੍ਹੇ ਦਾ ਮਤਲਬ ਤੂੰ ਪੜ੍ਹਦਾ ਹੈ, ਨਿਵਾਜ਼ ਗੁਜ਼ਾਰੇ ਦਾ ਮਤਲਬ ਤੂੰ ਨਮਾਜ਼ ਪੜ੍ਹਦਾ ਹੈ, ਕਤੇਬ ਦਾ ਮਤਲਬ ਮੁਸਲਮਾਨੀ ਮਤ ਦੀਆਂ ਜੋ ਪੁਸਤਕਾਂ ਨੇ। ਹੇ ਕਾਜ਼ੀ, ਤੂੰ ਬੇਸ਼ੱਕ ਪੰਜੇ ਵੇਲੇ ਨਮਾਜ਼ਾਂ ਪੜ੍ਹਦਾ ਹੈ, ਤੂੰ ਕੁਰਾਨ ਅਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਵੀ ਪੜ੍ਹਦਾ ਹੈ, ਪਰ ਫਿਰ ਵੀ ਸਵਾਰਥ ਵਿੱਚ ਬੱਝਾ ਰਹਿ ਕੇ ਜੇ ਮੌਤ ਤੋਂ ਡਰਦਾ ਹੈ, ਭਾਵ ਤੇਰੇ ਅੰਦਰ ਮੌਤ ਦਾ ਭੈ ਹੈ, ਤੇਰੇ ਅੰਦਰ ਸਵਾਰਥ ਹੈ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਆਖੈ ਗੋਰ ਸਦਈ ਰਹਿਓ ਪੀਣਾ ਖਾਣਾ। ਗੋਰ ਦਾ ਮਤਲਬ ਕਬਰ, ਮੌਤ, ਸਦਈ ਦਾ ਮਤਲਬ ਸੱਦਦੀ ਹੈ। ਗੋਰ ਸਦਈ ਦਾ ਮਤਲਬ ਜਦੋਂ ਕਬਰ ਸੱਦਦੀ ਹੈ, ਮਤਲਬ ਜਦੋਂ ਮੌਤ ਆਉਂਦੀ ਹੈ। ਰਹਿਓ ਦਾ ਮਤਲਬ ਰਹਿ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਇਹ ਕਾਜੀ ਜਦੋਂ ਮੌਤ ਸੱਦਾ ਦਿੰਦੀ ਹੈ ਤਾਂ ਦਾਣਾ ਪਾਣੀ ਇੱਥੇ ਹੀ ਰਹਿ ਜਾਂਦਾ, ਧਰਿਆ ਧਰਾਇਆ ਰਹਿ ਜਾਂਦਾ। ਤੋ ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਦਰ ਵਿੱਚ ਟਿਕਣਾ ਚਾਹੀਦਾ। ਮੌਤ ਤੋਂ ਡਰਨ ਦੀ ਲੋੜ ਨਹੀਂ ਹੈ, ਰੱਬ ਦੇ ਡਰ ਦੇ ਅੰਦਰ ਟਿਕਣਾ ਚਾਹੀਦਾ। ਜੋ ਰੱਬੀ ਰਜ਼ਾ ਔਰ ਭਾਣੇ ਦੇ ਅੰਦਰ ਚੱਲਦਾ ਹੈ ਉਸ ਮਨੁੱਖ ਨੂੰ ਫਿਰ ਸਰੀਰਕ ਮੌਤ ਦਾ ਜਿਹੜਾ ਹੈ ਡਰ ਨਹੀਂ ਰਹਿੰਦਾ। ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਜਨਮ ਵੀ ਔਰ ਮੌਤ ਵੀ ਇਹ ਜ਼ਿੰਦਗੀ ਵਿੱਚ ਜ਼ਰੂਰੀ ਨੇ। ਮੌਤ ਇੱਕ ਅਟਲ ਸੱਚਾਈ ਹੈ। ਜੋ ਵੀ ਸੰਸਾਰ ਤੇ ਆਇਆ ਹੈ ਉਸਨੇ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਹੈ। ਉਹਨੂੰ ਇਹ ਸਮਝ ਆ ਜਾਂਦੀ ਹੈ ਤੇ ਉਹ ਬੰਦਾ ਫਿਰ ਰੱਬੀ ਰਜ਼ਾ ਭਾਣੇ ਵਿੱਚ ਤੁਰਦਾ ਹੈ, ਰੱਬੀ ਗੁਣਾ ਮੁਤਾਬਕ ਜ਼ਿੰਦਗੀ ਜਿੰਦਾ ਹੈ। ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਏਕ ਸਵਾਨ ਦੋਇ ਸਵਾਨੀ ਨਾਲ, ਭਲਕੇ ਭੌਂਕਹਿ ਸਦਾ ਬਿਆਲ। ਇਸ ਪਾਵਨ ਸ਼ਬਦ ਰਾਹੀਂ ਮਨੁੱਖੀ ਬਿਰਤੀਆਂ ਨੂੰ ਦੱਸਿਆ ਹੈ ਜੋ ਮਨੁੱਖਾਂ ਦੇ ਅੰਦਰ ਅਵਗੁਣ ਨੇ ਬਹੁਤਾਤ ਗਿਣਤੀ ਵਿੱਚ। ਸਵਾਨ ਦਾ ਮਤਲਬ ਕੁੱਤਾ, ਇੱਥੇ ਸਵਾਨ ਦਾ ਮਤਲਬ ਕੁੱਤਾ ਮਤਲਬ ਲੋਭ ਹੈ। ਇੱਥੇ ਸਵਾਨ ਦਾ ਮਤਲਬ ਲੋਭ। ਸਵਾਨੀ ਦਾ ਮਤਲਬ ਕੁੱਤੀਆਂ, ਦੋ ਕੁੱਤੀਆਂ, ਦੋਏ ਦਾ ਮਤਲਬ ਦੋ। ਇੱਥੇ ਦੋ ਸਵਾਨੀ, ਦੋ ਕੁੱਤੀਆਂ ਕਿਹੜੀਆਂ ਨੇ? ਆਸਾ ਔਰ ਤ੍ਰਿਸ਼ਨਾ।
ਤਾਂ ਗੁਰੂ ਜੀ ਕਹਿੰਦੇ ਨੇ ਮੇਰੇ ਨਾਲ ਇੱਕ ਕੁੱਤਾ ਲੋਭ ਹੈ ਤੇ ਦੋ ਕੁੱਤੀਆਂ ਆਸਾ ਔਰ ਤ੍ਰਿਸ਼ਨਾ ਨੇ। ਆਮ ਇਨਸਾਨ ਦੇ ਨਾਲ ਲੋਭ ਰੂਪ ਕੁੱਤਾ ਹੈ, ਆਸਾ ਔਰ ਤ੍ਰਿਸ਼ਨਾ ਰੂਪ ਕੁੱਤੀਆਂ ਨੇ, ਯਾਨੀ ਇਹ ਬਿਰਤੀਆਂ ਮਨੁੱਖ ਦੇ ਅੰਦਰ ਨੇ। ਭਲਕੇ ਭੌਂਕੇ ਸਦਾ ਬਿਆਲ, ਭਲਕੇ ਦਾ ਮਤਲਬ ਨਿਤ, ਹਰ ਰੋਜ਼, ਬਿਆਲ ਦਾ ਮਤਲਬ ਸਵੇਰੇ। ਇਹ ਲੋਭ ਰੂਪ ਕੁੱਤਾ ਔਰ ਆਸਾ ਤੇ ਤ੍ਰਿਸ਼ਨਾ ਰੂਪ ਦੋਵੇਂ ਕੁੱਤੀਆਂ ਜੋ ਨਿਤ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਨੇ, ਯਾਨੀ ਸਰੀਰ ਵਾਸਤੇ ਪਦਾਰਥ ਮੰਗਦੀਆਂ ਨੇ। ਇਹਨਾਂ ਦਾ ਸਰੀਰ ਦੇ ਅੰਦਰ, ਮਨ ਦੇ ਅੰਦਰ, ਦਿਮਾਗ ਵਿੱਚ ਰੌਲਾ ਪਿਆ ਰਹਿੰਦਾ ਹੈ ਲੋਭ ਦਾ। ਆਸਾ ਔਰ ਤ੍ਰਿਸ਼ਨਾ ਸਵੇਰ ਤੋਂ ਹੀ ਹਰ ਰੋਜ਼ ਸ਼ੁਰੂ ਹੋ ਜਾਂਦੀਆਂ ਨੇ, ਜਾਗਦਿਆਂ ਹੀ ਇਹਨਾਂ ਦਾ ਕੰਮ ਸ਼ੁਰੂ ਹੋ ਜਾਂਦਾ ਹੈ, ਭੌਂਕਣਾ ਸ਼ੁਰੂ ਹੋ ਜਾਂਦਾ ਹੈ, ਰੌਲਾ ਸ਼ੁਰੂ ਹੋ ਜਾਂਦਾ ਹੈ। ਕੂੜ ਛੁਰਾ ਮੁੱਠਾ ਮੁਰਦਾਰ, ਕੂੜ ਦਾ ਮਤਲਬ ਝੂਠ, ਮੁੱਠਾ ਦਾ ਮਤਲਬ ਹੈ ਠੱਗਿਆ ਹੋਇਆ। ਤਾਂ ਮੇਰੇ ਹੱਥ ਵਿੱਚ ਝੂਠ ਦਾ ਛੁਰਾ ਹੈ, ਜਿਵੇਂ ਸ਼ਿਕਾਰੀ ਨਹੀਂ ਹੁੰਦਾ, ਸ਼ਿਕਾਰੀ ਦੇ ਨਾਲ ਕੁੱਤਾ ਹੈ, ਕੁੱਤੀਆਂ ਨੇ, ਉਹਦੇ ਕੋਲ ਛੁਰਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਝੂਠ ਦਾ ਜਿਹੜਾ ਹੈ ਛੁਰਾ ਫੜਿਆ ਹੋਇਆ ਹੈ, ਬੰਦਾ ਝੂਠ ਬੋਲਦਾ ਹੈ। ਮੁੱਠਾ ਮੁਰਦਾਰ, ਮੈਂ ਮਾਇਆ ਦੇ ਵਿੱਚ ਠੱਗਿਆ ਜਾ ਰਿਹਾ ਹਾਂ ਤੇ ਪਰਾਇਆ ਹੱਕ ਖਾਂਦਾ ਹਾਂ, ਮੁਰਦਾਰ ਖਾਂਦਾ ਹਾਂ। ਮਾਇਆ ਦੇ ਅੰਦਰ ਮੁੱਠੇ ਜਾਣਾ, ਪਰਾਇਆ ਹੱਕ ਖਾਣਾ, ਇਹ ਮੁਰਦਾ ਖਾਣ ਦੇ ਬਰਾਬਰ ਹੈ। ਬੰਦਾ ਐਸ਼ ਢੰਗ ਦੀ ਜ਼ਿੰਦਗੀ ਆਮ ਜੋ ਇਨਸਾਨ ਨੇ ਉਹ ਜੀ ਰਹੇ ਨੇ, ਸਾਰਿਆਂ ਦੀ ਗੱਲ ਨਹੀਂ ਹੈ, ਬਹੁਤਾਤ ਗਿਣਤੀ ਐਸੀ ਜ਼ਿੰਦਗੀ ਜੀ ਰਹੀ ਹੈ। ਧਾਨਕ ਰੂਪ ਰਹਾ ਕਰਤਾਰ, ਧਾਨਕ ਦਾ ਮਤਲਬ ਹੈ ਸਾਂਸੀ ਯਾਨੀ ਸ਼ਿਕਾਰੀ, ਰੂਪ ਦਾ ਮਤਲਬ ਰੂਪ ਵਾਲਾ, ਵੇਸ਼ ਵਾਲਾ। ਮੈਂ ਸ਼ਿਕਾਰੀਆਂ ਦੇ ਰੂਪ ਵਿੱਚ ਰਹਿੰਦਾ ਹਾਂ। ਜਿਵੇਂ ਸ਼ਿਕਾਰੀ ਦਾ ਸੁਭਾਅ ਨਿਰਦੈਤਾ ਵਾਲਾ ਹੈ, ਉਹ ਜੀਵਾਂ ਨੂੰ ਮਾਰਦਾ ਹੈ, ਉਹਦੇ ਕੋਲ ਕੁੱਤੇ ਆਦਿਕ ਨੇ, ਤੀਰ ਵਗੈਰਾ ਨੇ, ਛੁਰੇ ਵਗੈਰਾ ਨੇ, ਜਿਨ੍ਹਾਂ ਦੇ ਨਾਲ ਉਹ ਸ਼ਿਕਾਰ ਕਰਦਾ। ਤਾਂ ਗੁਰੂ ਜੀ ਇੱਥੇ ਕਹਿ ਰਹੇ ਨੇ ਕਿ ਜੋ ਆਮ ਬੰਦਾ ਜ਼ਿੰਦਗੀ ਜੀ ਰਿਹਾ ਹੈ, ਉਹਦੇ ਜੀਵਨ ਦੇ ਅੰਦਰ ਲੋਭ ਰੂਪ ਕੁੱਤਾ ਹੈ, ਆਸਾ ਔਰ ਤ੍ਰਿਸ਼ਨਾ ਰੂਪ ਕੁੱਤੀਆਂ ਨੇ, ਜੋ ਹਰ ਰੋਜ਼ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰਦੀਆਂ ਨੇ। ਬੰਦੇ ਨੇ ਆਪਣੇ ਹੱਥ ਦੇ ਅੰਦਰ ਕੂੜ ਦਾ, ਝੂਠ ਦਾ ਛੁਰਾ ਫੜਿਆ ਹੋਇਆ ਹੈ, ਥਾਂ ਥਾਂ ਤੇ ਝੂਠ ਬੋਲਦਾ ਹੈ, ਬੇਗਾਨੇ ਹੱਕ ਖਾਂਦਾ ਹੈ, ਜੋ ਮੁਰਦਾ ਖਾਣ ਦੇ ਬਰਾਬਰ ਹੈ। ਇਸ ਤਰ੍ਹਾਂ ਬੰਦਾ ਸਾਂਸੀ ਆਦਿ ਜੋ ਜੰਗਲੀ ਲੋਕ ਨੇ, ਡਰਾਵਣੀ ਸ਼ਕਲ ਵਿੱਚ ਰਹਿੰਦੇ ਨੇ, ਵਿਕਰਾਲ ਸ਼ਕਲ ਵਿੱਚ ਰਹਿੰਦੇ ਨੇ, ਸ਼ਿਕਾਰੀ ਰੂਪ ਕਰਕੇ, ਮੇਰਾ ਉਹ ਰੂਪ ਹੈ। ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ, ਇਹਨੂੰ ਪਤ ਨਹੀਂ ਪੜਨਾ, ਪੱਤ ਪੜਨਾ ਹੈ, ਅੱਧਕ ਲਗਾ ਕੇ ਪੱਤ। ਪੰਧ ਦਾ ਮਤਲਬ ਹੁੰਦਾ ਹੈ ਨਸੀਹਤ। ਜੇ ਧੱਦਾ ਸ਼ਬਦ ਹੁੰਦਾ ਨਾ ਪੰਧ, ਫਿਰ ਉਹਦਾ ਅਰਥ ਹੋਣਾ ਸੀ ਸਫ਼ਰ, ਪਰ ਇੱਥੇ ਹੈ ਦੱਦਾ, ਧਿਆਨ ਨਾਲ ਪੜਨਾ ਹੈ ਪੰਧ। ਪੰਧ ਦਾ ਮਤਲਬ ਨਸੀਹਤ, ਸਿੱਖਿਆ। ਕਰਨੀ ਕੀ ਕਾਰ, ਕਰਨੀ ਕੀ ਕਾਰ ਦਾ ਮਤਲਬ ਜਿਹੜੀ ਕਾਰ ਕਰਨੀ ਚਾਹੀਦੀ ਹੈ, ਚੰਗੀ ਕਾਰ, ਚੰਗੀ ਜ਼ਿੰਦਗੀ। हे ਪ੍ਰਭੂ, ਨਾ ਮੇਰੇ ਤੇਰੀ ਨਸੀਹਤ ਤੇ ਤੁਰਦਾ ਹਾਂ, ਮੈਂ ਪੱਤ ਕੀ ਪੰਧ, ਮੈਂ ਤੇਰੀ ਨਸੀਹਤ ਤੇ ਨਹੀਂ ਤੁਰਦਾ, ਤੇਰੀ ਸਿੱਖਿਆ ਤੇ ਨਹੀਂ ਤੁਰਦਾ, ਤੇਰੀ ਰਜਾ ਵਿੱਚ ਨਹੀਂ ਤੁਰਦਾ। ਨਾ ਕਰਨੀ ਕੀ ਕਾਰ ਤੇ ਨਾ ਮੇਰੀ ਕਰਨੀ ਚੰਗੀ ਹੈ, ਨਾ ਮੇਰੇ ਕਰਮ ਚੰਗੇ ਨੇ, ਨਾ ਮੇਰੀ ਸੋਚ ਚੰਗੀ ਹੈ, ਨੇਕ ਅਮਲ ਨਹੀਂ ਹਨ। ਹੋਂ ਬਿਗੜੇ ਰੂਪ ਰਹਾ ਬਿਕਰਾਲ, ਰਹਾ ਨਹੀਂ ਪੜਨਾ, ਰਹਾ ਪੜਨਾ ਹੈ, ਰਹਾ। ਬਿਕਰਾਲ ਦਾ ਮਤਲਬ ਡਰਾਉਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਸਦਾ ਡਰਾਉਣੇ ਵਿੰਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਮੇਰਾ ਰੂਪ ਡਰਾਵਣਾ ਹੈ, ਮੇਰਾ ਰੂਪ ਵਿਗੜਿਆ ਹੋਇਆ ਹੈ। ਹੁਣ ਦੇਖੋ ਬੰਦੇ ਦਾ ਕਿੰਨਾ ਡਰਾਵਣਾ ਰੂਪ ਹੈ। ਜਿਸ ਬੰਦੇ ਅੰਦਰ ਇੰਨੇ ਔਗਣ ਹੋਣਗੇ, ਡਰਾਵਣਾ ਰੂਪ ਹੀ ਹੈ। ਖਾਣ ਵਾਲੇ ਪਦਾਰਥਾਂ ਦੇ ਅੰਦਰ ਮਿਲਾਵਟ ਹੋ ਰਹੀ ਹੈ, ਡੁਪਲੀਕੇਟ ਦਵਾਈਆਂ ਨੇ, ਰਿਸ਼ਵਤਖੋਰੀ ਹੈ, ਚੋਰ ਬਜ਼ਾਰੀ ਹੈ, ਕਤਲੋ ਗਾਰਤ ਹੈ। ਬੰਦੇ ਤੋਂ ਡਰ ਲੱਗਦਾ ਹੈ ਕਿ ਪਤਾ ਨਹੀਂ ਕਿਹੜਾ ਬੰਦਾ ਕੀ ਕਰ ਦੇਗਾ। ਬੰਦੇ ਨੂੰ ਬੰਦੇ ਤੇ ਵਿਸ਼ਵਾਸ ਨਹੀਂ ਹੈ। ਧਰਮ ਦੇ ਨਾਮ ਦੇ ਉੱਤੇ ਝਗੜੇ ਆਦਿਕ ਨੇ, ਇਸੇ ਨੂੰ ਵਿਗੜਿਆ ਰੂਪ ਕਹਿੰਦੇ ਨੇ। ਤਾਂ ਇਹਨਾਂ ਔਗਣਾਂ ਦਾ ਧਾਰਨੀ ਹੋਣ ਕਰਕੇ ਹੀ ਮਾਲਕ, ਮੈਂ ਸਦਾ ਡਰਾਵਣੇ ਔਰ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਹੁਣ ਇਸ ਵਿਗੜੇ ਹੋਏ ਰੂਪ ਤੋਂ ਬਚ ਕਿਵੇਂ ਸਕੀਦਾ, ਜਾਂ ਤਰਿਆ ਕਿਵੇਂ ਜਾ ਸਕਦਾ? ਜੇ ਇਹਨਾਂ ਔਗਣਾਂ ਤੋਂ ਕੋਈ ਬਾਹਰ ਆਉਣਾ ਚਾਹੇ ਤਾਂ ਉਹਦੇ ਵਾਸਤੇ ਮੈਥਡ ਕੀ ਹੈ?
ਤਾਂ ਗੁਰੂ ਜੀ ਕਹਿੰਦੇ ਨੇ ਤੇਰਾ ਏਕ ਨਾਮ ਤਾਰੇ ਸੰਸਾਰ। ਨਾਮ ਦਾ ਮਤਲਬ ਹੁਕਮ, ਸਿਫਤ, ਸਲਾਹ। ਤੇਰਾ ਇੱਕ ਹੁਕਮ ਸੰਸਾਰ ਨੂੰ ਪਾਰ ਲੰਘਾਉਂਦਾ ਹੈ ਤੇ ਮੈਨੂੰ ਵੀ ਤੇਰਾ ਹੁਕਮ ਹੀ ਪਾਰ ਲੰਘਾ ਸਕਦਾ ਹੈ, ਤੇਰੀ ਸਿਫਤ ਸਲਾਹ ਹੀ ਪਾਰ ਲੰਘਾ ਸਕਦੀ ਹੈ। ਜੇ ਤੇਰੀ ਰਜ਼ਾ ਵਿੱਚ ਤੁਰਿਆ ਜਾਏ, ਤੇਰੇ ਭਾਣੇ ਵਿੱਚ ਤੁਰਿਆ ਜਾਏ, ਰੱਬੀ ਗੁਣਾਂ ਦੇ ਜੇ ਧਾਰਨੀ ਹੋਇਆ ਜਾਏ, ਤਾਂ ਬੰਦਾ ਸੰਸਾਰ ਸਾਗਰ ਤੋਂ ਪਾਰ ਲੰਘ ਸਕਦਾ ਹੈ। ਇਹਦਾ ਮਤਲਬ ਕਿ ਹਰ ਇਨਸਾਨ ਦੇ ਅੰਦਰ ਪੋਸੀਬਿਲਿਟੀ ਹੈ, ਚਾਹੇ ਉਹ ਅਵਗੁਣਾਂ ਵਾਲੀ ਜ਼ਿੰਦਗੀ ਜੀ ਰਿਹਾ ਹੈ, ਉਹਦੇ ਅੰਦਰ ਪੋਸੀਬਿਲਿਟੀ ਹੈ ਕਿ ਉਹ ਚੰਗਾ ਇਨਸਾਨ ਹੋ ਸਕਦਾ ਹੈ। ਹਰ ਇਨਸਾਨ ਹੋ ਸਕਦਾ ਹੈ ਜੇ ਉਹ ਰੱਬੀ ਰਜ਼ਾ ਵਿੱਚ ਤੁਰਨਾ ਸ਼ੁਰੂ ਕਰੇ, ਜੇ ਰੱਬੀ ਗੁਣਾਂ ਦਾ ਧਾਰਨੀ ਹੋਣ ਦਾ ਯਤਨ ਕਰੇ। ਮੈਂ ਇਹ ਆਸ, ਇਹੋ ਆਧਾਰ ਰਹਾਓ। ਇਹ ਮਾਲਕ ਮੈਨੂੰ ਹੁਣ ਸਿਰਫ ਇਹੀ ਆਸ ਹੈ ਔਰ ਇਹੀ ਇੱਕ ਆਸਰਾ ਹੈ ਤੇਰੇ ਹੁਕਮ ਦਾ। ਮੈਨੂੰ ਇਹੀ ਆਸ ਹੈ, ਹੁਕਮ ਦੀ ਹੀ ਆਸ ਰੱਖੀ ਹੈ ਔਰ ਤੇਰੇ ਹੁਕਮ ਨੂੰ ਮੈਂ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ। ਮੈਨੂੰ ਸਿਰਫ ਤੇਰਾ ਹੁਕਮ ਹੀ ਤਾਰ ਸਕਦਾ ਹੈ, ਹੋਰ ਕੋਈ ਕਰਮ ਕਾਂਡ ਨਹੀਂ। ਜੇ ਮੈਂ ਚਾਹਾਂ ਕਿ ਪੁੰਨ ਦਾਨ ਕਰਕੇ, ਤੀਰਥਾਂ ਤੇ ਨਹਾ ਕੇ, ਵਰਤਾਂ ਸਰਾਧਿਆਂ ਨਾਲ ਜਾਂ ਵਿਖਾਵੇ ਦੇ ਪਾਠ ਪੂਜਾ ਕਰਕੇ ਤਰ ਜਾਵਾਂ ਤਾਂ ਉਹ ਨਹੀਂ ਹੈ। ਕੇਵਲ ਇੱਕ ਹੀ ਆਸ, ਇੱਕ ਹੀ ਆਸਰਾ ਹੈ ਤੇ ਉਹ ਹੈ ਤੇਰੀ ਰਜ਼ਾ ਵਿੱਚ ਤੁਰਨਾ, ਉਹ ਹੈ ਤੇਰੀ ਸਿਫਤ ਸਲਾਹ ਕਰਨਾ। ਮੁਖ ਨਿੰਦਾ ਆਖਾਂ ਦਿਨ ਰਾਤ। ਮੁਖ ਦਾ ਮਤਲਬ ਮੁਖ ਰਾਹੀਂ। ਮੈਂ ਦਿਨੇ ਰਾਤ ਮੂੰਹ ਦੇ ਨਾਲ ਦੂਜਿਆਂ ਦੀ ਨਿੰਦਾ ਕਰਦਾ ਰਹਿੰਦਾ। ਇਹ ਮੇਰਾ ਰੂਪ ਹੈ, ਵਿੰਗੜਿਆ ਹੋਇਆ ਰੂਪ, ਡਰਾਵਣਾ ਰੂਪ, ਕਿ ਬੰਦਾ ਹਰ ਪਲ ਦੂਜਿਆਂ ਦੀ ਨਿੰਦਾ ਕਰ ਰਿਹਾ ਹੈ। ਬਹੁਤ ਘੱਟ ਲੋਕ ਨੇ ਜੋ ਦੂਜੇ ਕਿਸੇ ਦੇ ਚੰਗੇ ਗੁਣਾਂ ਦੀ ਗੱਲ ਕਰਦੇ ਨੇ, ਨਹੀਂ ਤਾਂ 99% ਜੋ ਲੋਕ ਨੇ, 98%, 99% ਬਹੁਗਿਣਤੀ, ਉਹ ਕੋਈ ਨਾ ਕੋਈ ਕਮੀਆਂ ਔਰ ਦੋਸ਼ ਵੇਖ ਰਹੇ ਨੇ, ਦੂਜੇ ਦੀ ਨਿੰਦਾ ਕਰ ਰਹੇ ਨੇ। ਤਾਂ ਇਹ ਵਿੰਗੜਿਆ ਹੋਇਆ ਰੂਪ ਹੈ ਕਿ ਹੇ ਮਾਲਕ, ਮੈਂ ਦਿਨ ਰਾਤ ਜ਼ਬਾਨ ਦੇ ਨਾਲ, ਮੂੰਹ ਦੇ ਨਾਲ ਦੂਜਿਆਂ ਦੀ ਨਿੰਦਾ ਕਰਦਾ ਰਹਿੰਦਾ ਹਾਂ। ਪਰ ਕਰ ਜੋ ਹੀ ਨੀਚ ਸਨਾਤ। ਜੋ ਹੀ ਨਹੀਂ ਪੜਨਾ, ਜੋ ਹੀ। ਜੋ ਹੀ ਦਾ ਮਤਲਬ ਮੈਂ ਤੱਕਦਾ ਹਾਂ, ਜੋਨਾ ਦਾ ਮਤਲਬ ਹੁੰਦਾ ਤੱਕਣਾ। ਜੋ ਹੀ ਮੈਂ ਤੱਕਦਾ ਹਾਂ। ਪਰ ਘਰ ਦਾ ਮਤਲਬ ਪਰਾਇਆ ਘਰ। ਸਨਾਤ ਦਾ ਮਤਲਬ ਨੀਵੇਂ ਅਸਲੇ ਵਾਲਾ, ਨੀਵੇਂ ਅਸਲੇ ਵਾਲਾ। ਤਾਂ ਮੈਂ ਨੀਚ ਔਰ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ ਕਿਉਂਕਿ ਮੈਂ ਪਰਾਏ ਘਰ ਤੱਕਦਾ ਹਾਂ। ਪਰਾਏ ਤਨ ਔਰ ਪਰਾਏ ਧਨ ਤੇ ਮੇਰੀ ਕਾਮੁਕ ਔਰ ਲਲਚਾਈ ਨਜ਼ਰ ਰਹਿੰਦੀ ਹੈ। ਇਹ ਵਿੰਗੜਿਆ ਹੋਇਆ ਰੂਪ ਹੈ ਨਾ ਬੰਦੇ ਦਾ। ਪਰ ਘਰ ਨੂੰ, ਪਰ ਤਨ ਨੂੰ, ਪਰ ਧਨ ਨੂੰ ਲਲਚਾਈਆਂ ਔਰ ਕਾਮੁਕ ਨਜ਼ਰਾਂ ਨਾਲ ਤੱਕਣਾ, ਇਸ ਤੋਂ ਵਿੰਗੜਿਆ ਹੋਇਆ ਰੂਪ ਕੀ ਹੋ ਸਕਦਾ ਹੈ। ਤਾਂ ਮੇਰੀ ਇਹ ਬਿਰਤੀ ਹੈ ਮਾਲਕ। ਕਾਮ ਕ੍ਰੋਧ ਤਨ ਵਸੈ ਚੰਡਾਲ। ਤਨ ਦਾ ਮਤਲਬ ਤਨ ਵਿੱਚ, ਮੇਰੇ ਸਰੀਰ ਵਿੱਚ ਕਾਮ ਔਰ ਕ੍ਰੋਧ ਚੰਡਾਲ ਰੂਪ ਹੋ ਕੇ ਵਸ ਰਹੇ ਨੇ। ਕਾਮ ਔਰ ਕ੍ਰੋਧ ਚੰਡਾਲ ਮੇਰੇ ਤਨ ਦੇ ਅੰਦਰ ਵਸ ਰਹੇ ਨੇ, ਯਾਨੀ ਮੇਰੇ ਸੁਭਾਅ ਦੇ ਅੰਦਰ ਕਾਮ ਵਾਸਨਾਵਾਂ ਨੇ ਔਰ ਮੇਰੇ ਸੁਭਾਅ ਦੇ ਅੰਦਰ ਕ੍ਰੋਧ ਹੈ। ਇਹਨਾਂ ਨੇ ਮੈਨੂੰ ਚੰਡਾਲ ਬਣਾ ਦਿੱਤਾ ਹੋਇਆ ਹੈ। ਐਸਾ ਮੇਰਾ ਵਿੰਗੜਿਆ ਹੋਇਆ ਰੂਪ ਹੈ। ਧਾਨਕ ਰੂਪ ਰਹਾ ਕਰਤਾਰ। ਹੇ ਕਰਤਾਰ, ਮੈਂ ਸਾਂਸੀਆਂ ਵਾਲੇ ਭਾਵ ਕਿ ਵਿੰਗੜੇ ਹੋਏ ਸ਼ਿਕਾਰੀਆਂ ਵਾਲੇ ਰੂਪ ਦੇ ਅੰਦਰ ਰਹਿੰਦਾ ਹਾਂ। ਐਸਾ ਮੇਰਾ ਵਿੰਗੜਿਆ ਹੋਇਆ ਰੂਪ ਹੈ, ਡਰਾਵਣਾ ਰੂਪ ਹੈ, ਜੋ ਸ਼ਿਕਾਰੀ ਦਾ ਹੁੰਦਾ ਹੈ। ਸ਼ਿਕਾਰੀ ਦੀ ਬਿਰਤੀ ਨਿਰਦੈਤਾ ਵਾਲੀ ਗਿਣੀ ਜਾਂਦੀ ਹੈ। ਇਸ ਤਰ੍ਹਾਂ ਮੇਰੇ ਅੰਦਰ ਵਿਕਾਰ ਨੇ, ਮੇਰੇ ਅੰਦਰ ਪਾਪ ਨੇ, ਮੈਂ ਐਸੀ ਜ਼ਿੰਦਗੀ ਜੀ ਰਿਹਾ ਹਾਂ। ਫਾਹੀ ਸੁਰਤ ਮਲੂਕੀ ਵੇਸ। ਸੁਰਤ ਦਾ ਮਤਲਬ ਧਿਆਨ, ਸੋਚ। ਫਾਹੀ ਸੁਰਤ ਦਾ ਮਤਲਬ ਮੇਰੀ ਧਿਆਨ ਦੇ ਵਿੱਚ ਹੈ ਕਿ ਲੋਕਾਂ ਨੂੰ ਕਿਵੇਂ ਫਸਾਵਾਂ। ਮੈਂ ਆਪਣੀ ਸੁਰਤ ਨੂੰ, ਧਿਆਨ ਨੂੰ ਫਾਹੀ ਬਣਾਇਆ ਹੋਇਆ। ਮਲੂਕੀ ਵੇਸ਼, ਮਲੂਕੀ ਦਾ ਮਤਲਬ ਫਰਿਸ਼ਤਿਆਂ ਵਾਲਾ ਵੇਸ਼, ਬਾਣਾ, ਪਹਿਨਾਵਾ, ਫਕੀਰਾਂ ਵਾਲਾ ਲਿਬਾਸ। ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਵੇਂ ਠੱਗੀ ਦੇ ਵਿੱਚ ਫਸਾਵਾਂ, ਪਰ ਮੈਂ ਫਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ। ਬਾਹਰੋਂ ਮੇਰਾ ਪਹਿਨਾਵਾ ਧਾਰਮਿਕ ਹੈ, ਲਿਬਾਸ ਫਕੀਰਾਂ ਵਾਲਾ ਹੈ, ਲਿਬਾਸ ਫਰਿਸ਼ਤਿਆਂ ਵਾਲਾ ਹੈ,
ਲਿਬਾਸ ਧਾਰਮਿਕ ਹੈ, ਲੇਕਿਨ ਜੋ ਸੁਰਤ ਹੈ, ਜੋ ਸੋਚ ਹੈ, ਉਹ ਇਹ ਹੈ ਕਿ ਮੈਂ ਲੋਕਾਂ ਨੂੰ ਕਿਵੇਂ ਆਪਣੀ ਠੱਗੀ ਦੇ ਅੰਦਰ ਫਸਾਵਾਂ। ਤੇ ਹਕੀਕਤ ਹੈ, ਜਦੋਂ ਅੱਜ ਤੁਸੀਂ ਇਸ ਸਮਾਜ ਵੱਲ ਝਾਤ ਮਾਰੋਗੇ, ਬੇਸ਼ੱਕ ਅੱਜ ਪੜ੍ਹਿਆ ਲਿਖਿਆ ਸਮਾਜ ਹੈ, ਤਾਂ ਕਿਵੇਂ ਸੋਹਣੇ ਸੋਹਣੇ ਕੱਪੜੇ ਪਾ ਕੇ, ਕੀਮਤੀ ਕੱਪੜੇ ਪਾ ਕੇ ਕੋਈ ਇਨਸਾਨ ਕੁਰਸੀ ਤੇ ਬੈਠਾ ਹੈ, ਕਿੰਨਾ ਉਹ ਪੜ੍ਹਿਆ ਲਿਖਿਆ ਹੈ, ਸੋਹਣਾ ਲੱਗ ਰਿਹਾ ਹੈ, 80-90 ਹਜ਼ਾਰ ਰੁਪਇਆ ਤਨਖਾਹ ਵੀ ਹੈ, ਲੇਕਿਨ 500-400 ਰੁਪਇਆ ਦਿਹਾੜੀ ਲੈਣ ਵਾਲੇ ਤੋਂ ਰਿਸ਼ਵਤ ਮੰਗ ਰਿਹਾ ਹੈ। ਇਸੇ ਨੂੰ ਕਹਿੰਦੇ ਨੇ ਫਾਹੀ ਸੁਰਤ ਮਲੂਕੀ ਵੇਸ। ਧਾਰਮਿਕ ਦੁਨੀਆ ਵਿੱਚ ਵੇਖੋਗੇ ਤਾਂ ਲੋਕਾਂ ਨੇ ਧਾਰਮਿਕ ਪਹਿਨਾਵੇ ਪਹਿਨੇ ਹੋਏ ਨੇ, ਬੜੇ ਲੰਬੇ ਲੰਬੇ ਚੋਲੇ ਨੇ, ਲੇਕਿਨ ਉਹ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰ ਰਹੇ ਨੇ, ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰ ਰਹੇ ਨੇ। ਔਰ ਇਹੀ ਹਾਲ ਆਮ ਸਮਾਜ ਦੇ ਅੰਦਰ ਹੈ। ਗੁਰੂ ਜੀ ਕਹਿੰਦੇ ਨੇ ਇਹ ਮੇਰਾ ਹਾਲ ਹੈ, ਭਾਵ ਕਿ ਬਹੁ ਗਿਣਤੀ ਲੋਕਾਂ ਦੀ ਐਸੀ ਜ਼ਿੰਦਗੀ ਜੀ ਰਹੇ ਨੇ। ਹੋਂ ਠਗਵਾੜਾ, ਠੱਗੀ ਦੇਸ਼, ਇੱਥੇ ਠੱਗੀ ਨਹੀਂ ਪੜਨਾ, ਠੱਗੀ ਬਿੰਦੀ ਲਗਾ ਕੇ, ਠੱਗੀ ਦਾ ਮਤਲਬ ਮੈਂ ਠੱਗਦਾ ਹਾਂ, ਠਗਵਾੜਾ ਦਾ ਮਤਲਬ ਠੱਗੀ ਦਾ ਅੱਡਾ, ਕਿ ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ ਔਰ ਮੈਂ ਦੇਸ਼ ਨੂੰ ਠੱਗ ਰਿਹਾ ਹਾਂ। ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ ਔਰ ਮੈਂ ਦੇਸ਼ ਨੂੰ ਠੱਗ ਰਿਹਾ ਹਾਂ। ਔਰ ਇਹ ਬਿਰਤੀ ਆਮ ਬੰਦੇ ਦੀ ਤੁਸੀਂ ਚਾਰ ਚੁਫੇਰੇ ਦੇਖ ਸਕਦੇ ਹੋ। ਖਰਾ ਸਿਆਣਾ, ਬਹੁਤਾ ਭਾਰ। ਬਹੁਤਾ ਭਾਰ ਦਾ ਮਤਲਬ ਪਾਪਾਂ ਦਾ ਬੋਝ। ਮੈਂ ਆਪਣੇ ਸਿਰ ਦੇ ਉੱਤੇ ਪਾਪਾਂ ਦਾ ਵਜਨ ਲੱਦਿਆ ਹੋਇਆ ਹੈ। ਮੇਰੇ ਦਿਮਾਗ ਅੰਦਰ, ਮਨ ਅੰਦਰ ਪਾਪ, ਅਪਰਾਧ, ਈਰਖਾ, ਦਵੇਸ਼ ਭਰੀ ਪਈ ਹੈ। ਲੇਕਿਨ ਖਰਾ ਸਿਆਣਾ, ਫਿਰ ਵੀ ਮੈਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹਾਂ। ਲੋਕਾਂ ਦੇ ਅੰਦਰ ਮੈਂ ਆਪਣੇ ਆਪ ਨੂੰ ਸਿਆਣਾ ਬਣਾ ਕੇ ਪੇਸ਼ ਕਰ ਰਿਹਾ ਹਾਂ ਕਿ ਮੈਂ ਬੜਾ ਪੜ੍ਹਿਆ ਹਾਂ, ਸਮਝਦਾਰ ਹਾਂ, ਸਿਆਣਾ ਹਾਂ, ਧਾਰਮਿਕ ਹਾਂ। ਲੋਕਾਂ ਵਿੱਚ ਮੈਂ ਐਵੇਂ ਪੇਸ਼ ਕਰ ਰਿਹਾ ਆਪਣੇ ਆਪ ਨੂੰ, ਲੇਕਿਨ ਮੈਂ ਆਪਣੇ ਅੰਦਰ ਪਾਪਾਂ ਦਾ ਵਜਨ ਉਠਾਈ ਫਿਰਦਾ ਹਾਂ, ਪਾਪਾਂ ਦੀਆਂ ਪੰਡਾਂ ਚੁੱਕੀ ਫਿਰਦਾ ਹਾਂ। ਧਾਨਕ ਰੂਪ ਰਹਾ ਕਰਤਾਰ, ਹੇ ਕਰਤਾਰ, ਮੈਂ ਸ਼ਿਕਾਰੀਆਂ ਵਾਲਾ ਰੂਪ ਧਾਰੀ ਬੈਠਾ ਹਾਂ। ਮੇਰੇ ਅੰਦਰ ਸ਼ਿਕਾਰੀਆਂ ਵਾਲੀ ਬਿਰਤੀ, ਨਿਰਦੈਤਾ ਵਾਲੀ ਬਿਰਤੀ ਹੈ। ਐਸੀ ਮੇਰੀ ਜ਼ਿੰਦਗੀ ਬਣ ਗਈ ਹੈ। ਹੋਰ ਮੇਰੇ ਵਿੱਚ ਕਿਹੜੀਆਂ ਕਮੀਆਂ ਨੇ? ਮੈਂ ਕੀਤਾ ਨਾ ਜਾਤਾ, ਹਰਾਮਖੋਰ। ਹਰਾਮਖੋਰ ਦਾ ਮਤਲਬ ਪਰਾਇਆ ਹੱਕ ਖਾਣ ਵਾਲਾ। ਮੈਂ ਕੀਤਾ ਨਾ ਜਾਤਾ ਦਾ ਮਤਲਬ ਮੈਂ ਤੇਰੇ ਕੀਤੇ ਹੋਏ ਨੂੰ ਜਾਣਿਆ ਨਹੀਂ, ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ। ਜੋ ਤੂੰ ਮੇਰੇ ਤੇ ਰਹਿਮਤ ਕੀਤੀ ਹੈ, ਜੋ ਤੂੰ ਦਾਤਾਂ ਦਿੱਤੀਆਂ ਨੇ, ਮੈਂ ਉਹਨੂੰ ਜਾਣਿਆ ਹੀ ਨਹੀਂ, ਉਹਦੀ ਕਦਰ ਹੀ ਨਹੀਂ ਸਮਝੀ। ਕਿ ਮੈਨੂੰ ਤੂੰ ਅੱਖਾਂ ਦਿੱਤੀਆਂ ਨੇ, ਕੰਨ ਨੱਕ ਦਿੱਤੇ ਨੇ, ਇਹਨਾਂ ਦੀ ਮੈਂ ਸਹੀ ਵਰਤੋਂ ਕਰਾਂ। ਤੂੰ ਧਰਤੀ, ਚੰਦਰਮਾ, ਗ੍ਰਹਿ, ਨਕਸ਼ਤਰ ਦਿੱਤੇ ਨੇ, ਇਹਨਾਂ ਪੌਣ ਪਾਣੀ ਆਦਿਕ ਦੀ ਮੈਂ ਸਹੀ ਸੰਭਾਲ ਕਰਾਂ। ਤੂੰ ਮੈਨੂੰ ਧੀਆਂ ਪੁੱਤਰ, ਭੈਣ ਭਰਾ ਆਦਿਕ ਰਿਸ਼ਤੇ ਨਾਤੇ ਦਿੱਤੇ ਨੇ, ਮੈਂ ਇਹਨਾਂ ਦੇ ਨਾਲ ਸੱਚੀ ਜ਼ਿੰਦਗੀ ਜੀਵਾਂ, ਚੰਗੇ ਫਰਜ਼ ਨਿਭਾਵਾਂ। ਮੈਂ ਤੇਰੇ ਕੀਤੇ ਨੂੰ ਜਾਣਿਆ ਹੀ ਨਹੀਂ, ਮੈਂ ਤੇਰੇ ਕੀਤੇ ਦੀ ਕਦਰ ਹੀ ਨਹੀਂ ਪਾਈ ਕਿ ਤੂੰ ਮੇਰੇ ਅੰਦਰ ਕਿੰਨੇ ਸ਼ੁਭ ਗੁਣ ਪੈਦਾ ਕੀਤੇ ਨੇ। ਜਿਵੇਂ ਮੈਂ ਰੋਜ਼ ਇਹ ਬੇਨਤੀ ਕਰ ਰਿਹਾ ਕਿ ਹਰ ਇਨਸਾਨ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਪਰ ਬੰਦੇ ਨੇ ਜਾਣਿਆ ਹੀ ਨਹੀਂ, ਕਦਰ ਹੀ ਨਹੀਂ ਪਾਈ। ਤਾਂ ਹੇ ਕਰਤਾਰ, ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ। ਮੈਂ ਹਰਾਮਖੋਰ ਹਾਂ, ਮੈਂ ਪਰਾਇਆ ਹੱਕ ਖਾਂਦਾ ਹਾਂ। ਮੇਰੀ ਐਸੀ ਜ਼ਿੰਦਗੀ ਬਣ ਗਈ ਹੋਈ ਹੈ। ਹੋਂ ਕਿਆ ਮੂੰਹ ਦੇਸਾਂ, ਦੁਸ਼ਟ ਚੋਰ। ਮੈਂ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਜਾਵਾਂ? ਤੇਰੇ ਸਾਹਮਣੇ ਜਾਂਦਿਆਂ ਮੈਨੂੰ ਬੜੀ ਸ਼ਰਮ ਆਵੇਗੀ। ਮੈਂ ਵਿਕਾਰੀ ਹਾਂ, ਮੈਂ ਤੇਰਾ ਚੋਰ ਹਾਂ, ਮੈਂ ਤੇਰੇ ਸਾਹਮਣੇ ਕਿਵੇਂ ਹਾਜ਼ਰ ਹੋਵਾਂ? ਹੁਣ ਕਿਆ ਮੂੰਹ ਦੇਸਾਂ, ਮੈਂ ਤੇਰੇ ਅੱਗੇ ਕੀ ਮੂੰਹ ਲੈ ਕੇ ਹਾਜ਼ਰ ਹੋਵਾਂ? ਕਿਉਂਕਿ ਮੈਂ ਵਿਕਾਰੀ ਹਾਂ, ਮੈਂ ਚੋਰ ਹਾਂ, ਮੈਂ ਤੇਰੇ ਦਰ ਦਾ ਚੋਰ ਹਾਂ। ਹੁਣ ਚੋਰੀ ਕਾਹਦੀ ਕੀਤੀ ਹੈ? ਕਿਉਂਕਿ ਮੈਂ ਸੱਚ, ਦਇਆ, ਧਰਮ ਨੂੰ ਛੱਡ ਕੇ ਝੂਠ ਫਰੇਬ ਵਾਲੀ ਜ਼ਿੰਦਗੀ ਜੀਵੀ ਹੈ। ਮੈਂ ਤੇਰੇ ਰਾਹਾਂ ਤੇ ਨਹੀਂ ਤੁਰਿਆ, ਤੇਰੇ ਗੁਣਾਂ ਦਾ ਧਾਰਨੀ ਨਹੀਂ ਹੋਇਆ। ਮੈਂ ਤੇਰਾ ਦੇਣਦਾਰ ਹਾਂ, ਤਾਂ ਮੈਂ ਕੀ ਮੂੰਹ ਵਿਖਾਵਾਂ? ਹੁਣ ਇਹ ਗੱਲਾਂ ਅਸੀਂ ਬਹੁਤ ਵਾਰ ਸਾਂਝੀਆਂ ਕਰ ਚੁੱਕੇ ਹਾਂ ਕਿ ਜੇ ਪਤੀ ਆਪਣੀ ਪਤਨੀ ਨੂੰ ਧੋਖਾ ਦੇ ਰਿਹਾ ਹੈ ਤਾਂ ਉਹ ਕੀ ਮੂੰਹ ਖਾਏਗਾ? ਪਤਨੀ ਪਤੀ ਨੂੰ ਧੋਖਾ ਦੇ ਰਹੀ ਹੈ, ਕੀ ਮੂੰਹ ਦਿਖਾਏਗੀ? ਬੱਚੇ ਮਾਪਿਆਂ ਦੀ ਜੇ ਸਹੀ ਸੰਭਾਲ ਨਹੀਂ ਕਰਦੇ ਤਾਂ ਕੀ ਮੂੰਹ ਵਿਖਾਣਗੇ? ਮਾਪੇ ਬੱਚਿਆਂ ਨੂੰ ਛੱਡ ਗਏ ਨੇ, ਕੀ ਮੂੰਹ ਵਿਖਾਣਗੇ? ਜਾਤੀਵਾਦ ਨੂੰ ਮੰਨਣ ਵਾਲੇ ਕੀ ਮੂੰਹ ਵਿਖਾਣਗੇ? ਤਾਂ ਕਿੰਨਾ ਸਾਰਾ
ਅਸੀਂ ਇਸ ਬਾਰੇ ਬੋਲ ਸਕਦੇ ਹਾਂ, ਸੋਚ ਸਕਦੇ ਹਾਂ, ਤਾਂ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਮੈਂ ਦੁਸ਼ਟ ਹਾਂ, ਮੇਰੀਆਂ ਮਾੜੀਆਂ ਬਿਰਤੀਆਂ ਨੇ, ਮੈਂ ਤੇਰੇ ਸਾਹਮਣੇ ਕਿਹੜਾ ਮੂੰਹ ਲੈ ਕੇ ਹਾਜ਼ਰ ਹੋਵਾਂਗਾ। ਨਾਨਕ ਨੀਚ ਕਹਿ ਵਿਚਾਰ। ਤਾਂ ਗੁਰੂ ਸਾਹਿਬ ਜੀ ਨੀਚ ਸ਼ਬਦ ਆਪਣੇ ਵਾਸਤੇ ਵਰਤ ਰਹੇ ਨੇ। ਨਾਨਕ ਦੇ ਕੱਕੇ ਥੱਲੇ ਵੀ ਔਂਕੜ ਹੈ, ਨੀਚ ਦੇ ਚੱਚੇ ਥੱਲੇ ਵੀ ਔਂਕੜ ਹੈ। ਨੀਚ ਨਾਨਕ ਦਾ ਵਿਸ਼ੇਸ਼ਣ ਹੈ। ਤਾਂ ਗੁਰੂ ਪਾਤਸ਼ਾਹ ਜੀ ਆਪਣੇ ਆਪ ਨੂੰ ਨਿਮਾਣਾ ਕਹਿ ਰਹੇ ਨੇ ਕਿ ਨਿਮਾਣਾ ਨਾਨਕ ਇਹ ਗੱਲ ਆਖਦਾ ਹੈ, ਇਹ ਵਿਚਾਰ ਕਹਿੰਦਾ ਹੈ, ਕਾਨਕ ਰੂਪ ਰਹਾ ਕਰਤਾਰ ਕਿ हे ਕਰਤਾਰ, ਮੈਂ ਸ਼ਿਕਾਰੀਆਂ ਵਾਲਾ ਰੂਪ ਧਾਰਨ ਕੀਤਾ ਹੋਇਆ ਹੈ। ਐਸੀ ਮੇਰੀ ਬਿਰਤੀ ਹੈ, ਮੈਂ ਐਸੀ ਮਾੜੀ ਜ਼ਿੰਦਗੀ ਜੀ ਰਿਹਾ ਜੋ ਬਹੁਤ ਡਰਾਵਣੀ ਹੈ, ਜੋ ਬਹੁਤ ਭੈਭੀਤ ਕਰ ਦੇਣ ਵਾਲੀ ਹੈ। ਤਾਂ ਇਸ ਪਾਵਨ ਸ਼ਬਦ ਰਾਹੀਂ ਮਨੁੱਖ ਦੀਆਂ ਮਾੜੀਆਂ ਬਿਰਤੀਆਂ ਦਾ ਜ਼ਿਕਰ ਕੀਤਾ ਹੈ, ਮਨੁੱਖ ਦੀ ਮਾੜੀ ਡਰਾਵਣੀ ਜ਼ਿੰਦਗੀ ਸਾਹਮਣੇ ਰੱਖੀ ਹੈ, ਔਰ ਨਾਲ ਇਸ ਤੋਂ ਬਚਣ ਦਾ ਸਾਧਨ ਦਿੱਤਾ ਹੈ ਕਿ हे ਮੇਰੇ ਮਾਲਕ ਜੀ, ਜੇ ਤੇਰੀ ਰਜ਼ਾ ਭਾਣੇ ਵਿੱਚ ਤੁਰਿਆ ਜਾਏ, ਤੇਰੀ ਸਿਫਤ ਸਲਾਹ ਕੀਤੀ ਜਾਏ, ਤਾਂ ਫਿਰ ਬੰਦਾ ਇਹਨਾਂ ਵਿਕਾਰਾਂ ਤੋਂ ਪਾਰ ਹੋ ਜਾਂਦਾ ਹੈ, ਫਿਰ ਇਹਨਾਂ ਬਿਰਤੀਆਂ ਤੋਂ ਉਤਾਂ ਉੱਠ ਕੇ ਚੰਗੀ ਇਨਸਾਨੀਅਤ ਵਾਲੀ ਜ਼ਿੰਦਗੀ ਜੀ ਸਕਦਾ ਹੈ। ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਏਕਾ ਸੁਰਤ ਜੇਤੇ ਹੈ ਜੀ। ਸੁਰਤ ਦਾ ਮਤਲਬ ਸੂਝ, ਏਕਾ ਸੁਰਤ ਦਾ ਮਤਲਬ ਇੱਕ ਪ੍ਰਭੂ ਦੀ ਦਿੱਤੀ ਹੋਈ ਸੂਝ। ਜੀ ਜਿਹੜਾ ਸ਼ਬਦ ਹੈ ਜੀਓ ਤੋਂ ਬਹੁਵਚਨੀ ਬਣਿਆ ਹੈ। ਜਿੰਨੇ ਵੀ ਜੀਵ ਨੇ, ਇਹਨਾਂ ਸਾਰਿਆਂ ਦੇ ਅੰਦਰ ਪ੍ਰਭੂ ਦੀ ਬਖਸ਼ੀ ਹੋਈ ਸੂਝ ਕੰਮ ਕਰ ਰਹੀ ਹੈ। ਜਿੰਨੇ ਵੀ ਜੀਵ ਜੰਤ ਨੇ, ਉਹਨਾਂ ਸਾਰਿਆਂ ਦੇ ਅੰਦਰ ਪ੍ਰਭੂ ਦੀ ਬਖਸ਼ੀ ਹੋਈ ਸੂਝ ਕੰਮ ਕਰ ਰਹੀ ਹੈ, ਸਮਝ ਕੰਮ ਕਰ ਰਹੀ ਹੈ, ਅੰਦਰ ਸਾਰਿਆਂ ਦੇ ਗਿਆਨ ਹੈ। ਹਾਂ, ਇਹ ਗੱਲ ਵੱਖਰੀ ਹੈ ਕਿ ਗਿਆਨ ਦੀ ਕੋਈ ਵਰਤੋਂ ਠੀਕ ਔਰ ਗਲਤ ਕਿਵੇਂ ਕਰਦਾ ਹੈ, ਲੇਕਿਨ ਸਭ ਦੇ ਅੰਦਰ ਇੱਕ ਸੂਝ ਔਰ ਸਮਝ ਹੈ। ਸੁਰਤ ਵਿਹੂਣਾ ਕੋਏ ਨਾ ਕੀ ਦਾ ਮਤਲਬ ਪੈਦਾ ਕੀਤਾ। ਪ੍ਰਭੂ ਨੇ ਕੋਈ ਐਸਾ ਜੀਵ ਪੈਦਾ ਨਹੀਂ ਕੀਤਾ ਜੋ ਸੂਝ ਤੋਂ ਵਿਰਵਾ ਰੱਖਿਆ ਹੋਵੇ, ਜਿਸ ਨੂੰ ਗਿਆਨ ਦੀ ਦਾਤ ਨਾ ਹੋਵੇ। ਕੋਈ ਜੀਵ ਐਸਾ ਨਹੀਂ ਹੈ। ਸਾਰਿਆਂ ਦੇ ਅੰਦਰ ਸੂਝ ਸਮਝ ਬਖਸ਼ਿਸ਼ ਕੀਤੀ ਹੈ। ਜੇ ਹੀ ਸੁਰਤ ਤੇਹਾ ਤਿਨ ਰਾਹ। ਸੁਰਤ ਦਾ ਮਤਲਬ ਸੂਝ, ਸੋਚ। ਜਿਹੋ ਜਿਹੀ ਸੂਝ ਕਿਸੇ ਦੀ ਹੁੰਦੀ ਹੈ, ਉਹੋ ਜਿਹਾ ਉਹ ਰਾਹ ਫੜ ਲੈਂਦਾ, ਉਹੋ ਜਿਹਾ ਉਹ ਜੀਵਨ ਰਾਸਤਾ ਲੱਭ ਲੈਂਦਾ। ਜਿਹੋ ਜਿਹੀ ਸੂਝ ਹੈ, ਉਹੋ ਜਿਹਾ ਉਹਦਾ ਜੀਵਨ ਬਣ ਜਾਏਗਾ। ਜਿਹੋ ਜਿਹੀ ਕਿਸੇ ਦੀ ਸਮਝ ਹੈ, ਜਿਵੇਂ ਕਿਸੇ ਦੀ ਮਾਨਸਿਕਤਾ ਹੈ, ਉਵੇਂ ਦਾ ਉਹ ਰਾਹ ਫੜ ਲੈਂਦਾ। ਜੇ ਕਿਸੇ ਦੀ ਸੂਝ ਸਮਝ ਮਾਨਸਿਕਤਾ ਨਸ਼ਿਆਂ ਵਾਲੀ, ਵਿਕਾਰਾਂ ਵਾਲੀ ਹੈ, ਤਾਂ ਉਹ ਵਿਕਾਰਾਂ ਵਾਲਾ ਰਾਹ ਫੜ ਲੈਂਦਾ। ਜੇ ਉਸ ਸੂਝ ਨੂੰ, ਸਮਝ ਨੂੰ, ਸੋਚ ਨੂੰ ਚੰਗੇ ਪਾਸੇ ਉਹ ਵਰਤਦਾ ਹੈ, ਤਾਂ ਉਹ ਇਨਸਾਨ ਗੁਣਾਂ ਵਾਲਾ ਰਾਸਤਾ ਫੜ ਲੈਂਦਾ ਹੈ, ਉਹਦਾ ਰਾਸਤਾ ਚੰਗਾ ਬਣ ਜਾਂਦਾ ਹੈ। ਤਾਂ ਜਿਹੋ ਜਿਹੀ ਗਿਆਤ ਹੈ, ਜਿਹੋ ਜਿਹੀ ਸੂਝ ਹੈ, ਉਹੋ ਜਿਹਾ ਉਹਨਾਂ ਦਾ ਜੀਵਨ ਦਾ ਰਾਸਤਾ ਹੈ, ਜੀਵਨ ਦਾ ਢੰਗ ਹੈ। ਲੇਖਾ ਇੱਕੋ ਆਵਹੁ ਜਾਹੋ। ਲੇਖਾ ਇੱਕੋ ਦਾ ਮਤਲਬ ਇੱਕ ਪ੍ਰਭੂ ਹੀ ਲੇਖਾ ਰੱਖਦਾ ਹੈ। ਆਵਹੁ ਜਾਓ ਦਾ ਮਤਲਬ ਮਿਲੀ ਸੁਰਤ ਅਨੁਸਾਰ ਜੀਵ ਆਉਂਦੇ ਨੇ ਔਰ ਜਾਂਦੇ ਨੇ, ਯਾਨੀ ਜਨਮ ਲੈਂਦੇ ਨੇ ਔਰ ਮਰ ਜਾਂਦੇ ਨੇ। ਤਾਂ ਜੀਵ ਜਗਤ ਵਿੱਚ ਆਉਂਦੇ ਨੇ ਔਰ ਇਥੋਂ ਚਲੇ ਜਾਂਦੇ ਨੇ, ਪਰ ਇਹ ਮਰਿਆਦਾ ਤੋੜਨ ਵਾਲਾ ਪ੍ਰਭੂ ਆਪ ਹੀ ਹੈ। ਲੇਖਾ ਇੱਕੋ, ਇੱਕ ਦਾ ਹੀ ਲੇਖਾ ਹੈ, ਇੱਕ ਦਾ ਹੀ ਹੁਕਮ ਹੈ। ਇੱਕ ਦੇ ਹੁਕਮ ਵਿੱਚ ਹੀ ਜੀਵ ਆ ਰਹੇ ਨੇ, ਜਾ ਰਹੇ ਨੇ, ਜੰਮ ਰਹੇ ਨੇ, ਮਰ ਰਹੇ ਨੇ। ਯਾਨੀ ਜੀਵਨ ਔਰ ਮੌਤ ਇੱਕ ਪ੍ਰਭੂ ਦਾ ਹੀ ਲੇਖਾ ਹੈ। ਲੇਖਾ ਦਾ ਮਤਲਬ ਹੁਕਮ ਹੈ। ਕਾਹੇ ਜੀ ਕਰਹਿ ਚਤੁਰਾਈ। ਕਿ हे ਜੀਵ, ਤੂੰ ਆਪਣੀ ਚੰਗੀ ਸੂਝ ਅਕਲ ਵਿਖਾਲਣ ਲਈ ਚਲਾਕੀਆਂ ਕਿਉਂ ਕਰਦਾ? ਚਲਾਕੀਆਂ ਕਿਉਂ ਕਰਦਾ? ਕਾਹੇ ਜੀ ਕਰਹਿ ਚਤੁਰਾਈ, ਚਤੁਰਾਈਆਂ ਕਿਉਂ ਕਰਦਾ? ਦੇਖੋ, ਅਕਲ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਸਹੀ ਵਰਤੋਂ ਬੰਦਾ ਜੋ ਕਰਦਾ ਹੈ, ਉਹ ਆਪਣੇ ਜੀਵਨ ਰਾਸਤੇ ਨੂੰ ਸਹੀ ਰਾਹਾਂ ਤੇ ਆਪਣੇ ਜੀਵਨ ਨੂੰ ਤੋਰਦਾ ਹੈ। ਉਹ ਦੂਜਿਆਂ ਵਾਸਤੇ ਵੀ ਸੁੱਖ ਸਾਧਨ ਪੈਦਾ ਕਰਦਾ ਹੈ। ਲੇਕਿਨ ਜੋ ਬੰਦਾ ਚਲਾਕੀਆਂ ਵਰਤ ਰਿਹਾ ਨਾ, ਉਹ ਬੰਦਾ ਸਵਾਰਥੀ ਵੀ ਹੋਵੇਗਾ, ਉਹ ਬੰਦਾ ਲਾਲਚੀ ਵੀ ਹੋਵੇਗਾ, ਉਹ ਬੰਦਾ ਇਮੋਸ਼ਨਲ ਬਲੈਕਮੇਲ ਵੀ ਕਰੇਗਾ, ਠੱਗੀਆਂ ਵੀ ਮਾਰੇਗਾ, ਵਿਖਾਏਗਾ ਕੁਝ ਹੋਰ, ਕਰੇਗਾ ਕੁਝ ਹੋਰ। ਤਾਂ ਗੁਰੂ ਜੀ ਕਹਿੰਦੇ ਨੇ, हे ਬੰਦੇ, हे ਜੀਵ, ਚਤੁਰਾਈਆਂ ਕਿਉਂ ਕਰਦਾ? ਲੇਵੈ
ਦੇਵੈ ਢਿੱਲ ਨਾ ਪਾਈ ਰਹਾਓ। ਲੇਵੇ ਦਾ ਮਤਲਬ ਜੀਵ ਤੋਂ ਸੂਝ ਖੋਹ ਲੈਂਦਾ ਹੈ। ਢਿੱਲ ਨਾ ਪਾਈ ਦਾ ਮਤਲਬ ਦੇਰ ਨਹੀਂ ਲਾਉਂਦਾ। ਤਾਂ ਗੁਰੂ ਜੀ ਕਹਿੰਦੇ ਨੇ ਵਾਪਸ ਲੈਣ ਔਰ ਦੇਣ ਵਿੱਚ ਵਾਹਿਗੁਰੂ ਚਿਰ ਨਹੀਂ ਲਾਉਂਦਾ, ਕਿ ਪ੍ਰਭੂ ਹੀ ਜੀਵਾਂ ਨੂੰ ਸੂਝ ਦਿੰਦਾ ਹੈ, ਲੈ ਵੀ ਲੈਂਦਾ ਹੈ, ਖੋਹ ਵੀ ਲੈਂਦਾ ਹੈ। ਯਾਨੀ ਜਨਮ ਔਰ ਮੌਤ ਇਹ ਜੀਵਾਂ ਦੇ ਵੱਸ ਵਿੱਚ ਨਹੀਂ ਹੈ, ਰੱਬੀ ਹੁਕਮ ਦੇ ਅੰਦਰ ਹੈ। ਹੁਕਮ ਵਿੱਚ ਹੀ ਜਨਮ ਹੈ, ਹੁਕਮ ਵਿੱਚ ਹੀ ਮੌਤ ਹੈ, ਹੁਕਮ ਵਿੱਚ ਸੂਝ ਦਾ ਸਹੀ ਵਰਤਣਾ ਔਰ ਗਲਤ ਵਰਤਣਾ ਹੈ। ਤੇਰੇ ਜੀ ਜੀਆਂ ਕਾ ਤੋਹ, ਤੋਹ ਦਾ ਮਤਲਬ ਤੂੰ। हे ਮਾਲਕ, ਸਾਰੇ ਜੀ ਤੇਰੇ ਪੈਦਾ ਕੀਤੇ ਨੇ ਔਰ ਸਾਰੇ ਜੀਵਾਂ ਦਾ ਮਾਲਕ ਤੂੰ ਆਪ ਹੈ, ਕੋਈ ਹੋਰ ਮਾਲਕ ਨਹੀਂ, ਤੂੰ ਆਪ ਮਾਲਕ ਹੈ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਕਿਤ ਕੋ ਸਾਹਿਬ ਆਵਹਿ ਰੋਹ, ਰੋਹ ਦਾ ਮਤਲਬ ਗੁੱਸੇ ਵਿੱਚ। ਜੇ ਜੀਵ ਤੇਥੋਂ ਮਿਲੀ ਸੂਝ ਅਕਲ ਦਾ ਮਾਣ ਵੀ ਕਰਨ ਤਾਂ ਵੀ ਤੂੰ ਗੁੱਸੇ ਵਿੱਚ ਨਹੀਂ ਆਉਂਦਾ, ਕਿਉਂਕਿ ਆਖਰ ਜੀਵ ਤੇਰੇ ਨੇ। ਕਿਤ ਕੋ ਸਾਹਿਬ ਆਵੇਂ ਰੋ, ਕਾਦੇ ਲਈ ਤੂੰ ਇਹਨਾਂ ਤੇ ਗੁੱਸੇ ਹੋਵੇਂਗਾ? ਤੂੰ ਗੁੱਸੇ ਵਿੱਚ ਨਹੀਂ ਆਉਂਦਾ, ਤੂੰ ਗੁੱਸਾ ਨਹੀਂ ਕਰਦਾ, ਤੇਰੇ ਵਿੱਚ ਗੁੱਸਾ ਨਹੀਂ ਹੈ। ਜੇ ਤੂੰ ਸਾਹਿਬ ਆਵੇਂ ਰੋ, ਪਰ हे ਮਾਲਕ, ਜੇ ਤੂੰ ਕਿਤੇ ਗੁੱਸੇ ਵਿੱਚ ਵੀ ਆ ਜਾਵੇਂ, ਜੇ ਤੂੰ ਗੁੱਸੇ ਵਿੱਚ ਆਵੇਂ ਤਾਂ ਕਿਸ ਉੱਤੇ ਆਵੇਂ? ਕਿਉਂਕਿ ਤੂੰ ਉਹਨਾਂ ਕਾ, ਤੇਰੇ ਉਹ, ਤਾਂ ਤੂੰ ਉਹਨਾਂ ਦਾ ਮਾਲਕ ਹੈ, ਉਹ ਤੇਰੇ ਜੀਵ ਬਣਾਏ ਹੋਏ ਨੇ। ਗੁੱਸਾ ਕਾਹਦਾ? ਰੱਬ ਕਿਸੇ ਤੇ ਗੁੱਸਾ ਨਹੀਂ ਕਰਦਾ। ਇਸ ਲਈ ਪਾਵਨ ਬਾਣੀ ਵਿੱਚ ਬੜੇ ਪਿਆਰੇ ਬਚਨ ਆਏ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੁਣ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ। ਰੱਬੀ ਰਜਾ ਦੇ ਅੰਦਰ ਹਰ ਇੱਕ ਦੇ ਨਾਲ ਨਿਆਂ ਹੁੰਦਾ ਹੈ। ਰੱਬ ਕਿਸੇ ਦੇ ਨਾਲ ਅਨਿਆਂ ਨਹੀਂ ਕਰਦਾ, ਕਿਸੇ ਤੇ ਗੁੱਸਾ ਨਹੀਂ ਕਰਦਾ। ਇਹ ਨਹੀਂ ਕਿ ਗੁੱਸਾ ਕਰਕੇ ਰੱਬ ਕਿਸੇ ਦੀ ਲੱਤ ਤੋੜੇ, ਐਵੇਂ ਨਹੀਂ ਹੈ। ਜਿੰਨੇ ਵੀ ਸੁੱਖ ਔਰ ਦੁੱਖ ਨੇ ਉਹ ਸਿਸਟਮ ਵਿੱਚ ਨੇ, ਹੁਕਮ ਵਿੱਚ ਨੇ। ਜੇ ਕੋਈ ਚੰਗੇ ਕਰਮ ਕਰੇਗਾ ਉਹਦਾ ਨਤੀਜਾ ਸੁੱਖ ਵਿੱਚ ਨਿਕਲੇਗਾ, ਜੇ ਕੋਈ ਮਾੜੇ ਕਰਮ ਕਰੇਗਾ ਤੇ ਉਹ ਰੱਬ ਦੇ ਗੁੱਸੇ ਕਰਕੇ ਨਹੀਂ, ਉਹ ਸਾਡੇ ਆਪਣੇ ਮਾੜੇ ਕਰਮਾਂ ਕਰਕੇ ਨੇ, ਆਪਣੀ ਮਾੜੀ ਸੋਚ ਕਰਕੇ ਹੈ। ਅਸੀਂ ਬੋਲ ਵਿਗਾੜ ਹੈ ਬੋਲ। ਬੋਲ ਵਿਗਾੜ ਦਾ ਮਤਲਬ ਵਿਗੜੇ ਬੋਲ ਬੋਲਣ ਵਾਲੇ, ਬੜਬੋਲੇ। ਜਿਵੇਂ ਕਹਿੰਦੇ ਫਲਾਂ ਬੰਦਾ ਬੜਾ ਬੜਬੋਲਾ ਹੈ, ਬੜੀ ਮਾੜੀ ਬੋਲੀ ਹੈ ਉਹਦੀ। ਵਿਗਾੜਨ ਦਾ ਮਤਲਬ ਅਸੀਂ ਵਿਗਾੜਦੇ ਹਾਂ, ਅਸੀਂ ਫਿੱਕੇ ਬੋਲ ਬੋਲਦੇ ਹਾਂ। ਤਾਂ ਗੁਰੂ ਜੀ ਮਨੁੱਖ ਦੀ ਬਿਰਤੀ ਦੱਸ ਰਹੇ ਨੇ ਕਿ हे ਪ੍ਰਭੂ, ਅਸੀਂ ਜੀਵ ਬੜਬੋਲੇ ਹਾਂ, ਅਸੀਂ ਤੈਥੋਂ ਮਿਲੀ ਸੂਝ ਅਕਲ ਉੱਤੇ ਮਾਣ ਕਰਕੇ ਫਿੱਕੇ ਬੋਲ ਬੋਲਦੇ ਹਾਂ, ਵਿਗਾੜ ਕੇ ਬੋਲ ਬੋਲਦੇ ਹਾਂ। ਦੇਖੋ, ਜੇ ਬੰਦਾ ਆਪਣੀ ਜ਼ਬਾਨ ਨੂੰ ਸੁਧਾਰ ਲੈ ਨਾ, ਜੇ ਬੰਦਾ ਆਪਣੇ ਬੋਲਾਂ ਨੂੰ ਸੁਧਾਰ ਲੈ, ਪੋਜ਼ਿਟਿਵ ਬੋਲ ਬੋਲੇ, ਸਕਾਰਾਤਮਕ ਬੋਲੇ, ਗੁਣਾਂ ਵਾਲੇ ਬੋਲ ਬੋਲੇ, ਪਰਉਪਕਾਰ ਵਾਲੇ ਬੋਲ ਬੋਲੇ, ਤਾਂ ਪੂਰੀ ਦੁਨੀਆ ਸਵਰਗ ਹੋ ਸਕਦੀ ਹੈ। ਪਰ ਬਹੁਤਾਤ ਗਿਣਤੀ ਬੋਲਾਂ ਨੂੰ ਵਿਗਾੜ ਕੇ ਬੋਲਦੇ, ਫਿੱਕੇ ਬੋਲ ਬੋਲਦੇ ਨੇ, ਨੈਗੇਟਿਵ ਬੋਲ ਬੋਲਦੇ ਨੇ, ਔਰ ਐਸੇ ਬੋਲ ਬੋਲਦੇ ਨੇ ਜਿਨ੍ਹਾਂ ਦੇ ਨਾਲ ਰਿਸ਼ਤੇ ਟੁੱਟਦੇ ਨੇ, ਪਰਿਵਾਰ ਬਿਖਰਦੇ ਨੇ, ਮਿੱਤਰਤਾ ਵਿੱਚ ਦਰਾਰਾਂ ਪੈਂਦੀਆਂ ਨੇ। ਝੂਠ ਵਾਲੇ ਬੋਲ, ਹੰਕਾਰ ਵਾਲੇ ਬੋਲ, ਈਰਖਾ ਵਾਲੇ ਬੋਲ, ਲਾਲਚ ਵਾਲੇ ਬੋਲ, ਇਹ ਸਾਰੇ ਵਿਗੜੇ ਹੋਏ ਬੋਲ ਨੇ। ਸਤ, ਸੰਤੋਖ, ਦਇਆ, ਧਰਮ ਵਾਲੇ ਇਹ ਸੁਧਰੇ ਹੋਏ ਬੋਲ ਨੇ। ਤਾਂ हे ਪ੍ਰਭੂ, ਅਸੀਂ ਬੜਬੋਲੇ ਹਾਂ, ਫਿੱਕਾ ਬੋਲਦੇ ਹਾਂ ਔਰ ਬੋਲਾਂ ਨੂੰ ਵਿਗਾੜ ਕੇ ਬੋਲਦੇ ਹਾਂ। ਤੂੰ ਨਦਰੀ ਅੰਦਰ ਤੋਲਹਿ ਤੋਲ। ਨਦਰੀ ਅੰਦਰ ਦਾ ਮਤਲਬ ਮਿਹਰ ਦੀ ਨਿਗਾਹ ਨਾਲ, ਤੋਲੇ ਦਾ ਮਤਲਬ ਤੂੰ ਜਾਚਦਾ ਹੈ। ਪਰ ਤੂੰ ਸਾਡੇ ਬੋਲ ਕਬੋਲਾਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਪਰਖਦਾ ਹੈ, ਆਪਣੀ ਨਿਗਾਹ ਦੇ ਹੇਠਾਂ ਇਹਨਾਂ ਬੋਲਾਂ ਨੂੰ ਤੋਲਦਾ ਹੈ। ਤੋਲਦਾ ਦਾ ਮਤਲਬ ਪਰਖਦਾ ਹੈ, ਔਰ ਪਰਖ ਕੇ ਫਿਰ ਉਹਨਾਂ ਦਾ ਫਲ ਮਿਲਦਾ ਹੈ ਸਾਨੂੰ। ਔਰ ਇਹ ਚੀਜ਼ ਸਮਝਣ ਵਾਲੀ ਹੈ। ਜੋ ਅਸੀਂ ਬੋਲ ਰਹੇ ਹਾਂ, ਰੱਬੀ ਰਜ਼ਾ, ਭਾਣੇ, ਹੁਕਮ, ਸਿਸਟਮ ਦੇ ਅੰਦਰ ਉਹ ਪਰਖੇ ਜਾ ਰਹੇ ਨੇ, ਔਰ ਉਹਨਾਂ ਦੀ ਪਰਖ ਕਰਕੇ ਨਾਲ ਦੇ ਨਾਲ ਸਾਨੂੰ ਉਹਦਾ ਫਲ ਮਿਲ ਰਿਹਾ ਹੈ, ਚੰਗਾ ਜਾਂ ਮਾੜਾ। ਮੰਨ ਲਓ ਤੁਸੀਂ ਮਿੱਠੇ, ਪਿਆਰੇ, ਨਿਮਰਤਾ ਵਾਲੇ ਬੋਲ ਬੋਲ ਰਹੇ ਹੋ, ਤਾਂ ਇਹ ਰੱਬੀ ਰਜ਼ਾ ਵਿੱਚ ਪਰਖੇ ਜਾ ਰਹੇ ਨੇ। ਮਿੱਠੇ ਬੋਲ ਬੋਲਣ ਨਾਲ ਤੁਹਾਨੂੰ ਸ਼ਾਂਤੀ ਮਿਲ ਰਹੀ ਹੈ, ਔਰ ਤੁਹਾਡੇ ਬੋਲਾਂ ਦੇ ਨਾਲ ਦੂਜੇ ਨੂੰ ਵੀ ਸ਼ਾਂਤੀ ਮਿਲ ਰਹੀ ਹੈ। ਇਸ ਸਿਸਟਮ ਵਿੱਚ ਸ਼ਾਂਤੀ ਮਿਲ ਗਈ, ਫਲ ਮਿੱਠੇ ਬੋਲਾਂ ਦਾ। ਜੇ ਤੁਸੀਂ ਝੂਠ ਬੋਲ ਰਹੇ ਹੋ, ਕ੍ਰੋਧ ਵਾਲੇ ਬੋਲ ਬੋਲ ਰਹੇ ਹੋ,
ਤਾਂ ਉਹ ਵੀ ਸਿਸਟਮ ਦੇ ਅੰਦਰ ਪਰਖੇ ਜਾ ਰਹੇ ਨੇ ਤੇ ਉਹਨਾਂ ਦਾ ਫਲ ਇਹ ਮਿਲ ਰਿਹਾ ਹੈ ਨਾਲ ਦੇ ਨਾਲ ਕਿ ਤੁਸੀਂ ਆਪ ਵੀ ਅਸ਼ਾਂਤ ਹੋ ਤੇ ਜਿਹਦੇ ਨਾਲ ਮਾੜੇ ਬੋਲ ਬੋਲ ਰਹੇ ਹੋ ਉਹ ਵੀ ਅਸ਼ਾਂਤ ਹੈ। ਤਾਂ ਇਹ ਬੋਲ ਪਰਖੇ ਜਾ ਰਹੇ ਨੇ ਰੱਬੀ ਰਜ਼ਾ ਵਿੱਚ। ਤਾਂ ਪ੍ਰਭੂ ਤੂੰ ਸਾਡੇ ਬੋਲ ਕਬੂਲਾਂ ਨੂੰ ਆਪਣੀ ਨਜ਼ਰ ਵਿੱਚ ਆਪਣੇ ਹੁਕਮ ਦੇ ਅੰਦਰ ਤੋਲਦਾ ਹੈ, ਪਰਖਦਾ ਹੈ। ਜਹ ਕਰਨੀ ਤਹ ਪੂਰੀ ਮਤ। ਜਹ ਦਾ ਮਤਲਬ ਜਿੱਥੇ, ਜਿਸ ਮਨੁੱਖ ਦੇ ਅੰਦਰ। ਕਰਨੀ ਦਾ ਮਤਲਬ ਚੰਗੀ ਜ਼ਿੰਦਗੀ, ਚੰਗੀ ਜ਼ਿੰਦਗੀ। ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ, ਜਿਹਦੀ ਨੇਕ ਅਮਲ ਨੇ। ਕਰਨੀ ਦਾ ਮਤਲਬ ਜਿਸ ਤੇ ਨੇਕ ਅਮਲ ਨੇ। ਤਹ ਪੂਰੀ ਮਤ ਦਾ ਮਤਲਬ ਉਹਦੀ ਸੂਝ ਅਕਲ ਵੀ ਪੂਰੀ ਹੁੰਦੀ ਹੈ, ਗੰਭੀਰ ਹੁੰਦੀ ਹੈ। ਜਿੱਥੇ ਅਮਲ ਚੰਗੇ ਨੇ ਉੱਥੇ ਸਿਆਣਪ ਪੂਰੀ ਹੈ। ਜਹ ਕਰਨੀ, ਕਰਨੀ ਦਾ ਮਤਲਬ ਜਿੱਥੇ ਅਸੀਂ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕੀਤਾ ਹੈ, ਚੰਗੇ ਗੁਣਾਂ ਨੂੰ, ਜਿੱਥੇ ਮਨ ਬਚਨ ਕਰਮ ਕਰਕੇ ਇਹਨਾਂ ਗੁਣਾਂ ਦੇ ਧਾਰਨੀ ਹੋ ਰਹੇ ਆ, ਉਸ ਬੰਦੇ ਦੀ ਅਕਲ ਹੀ ਪੂਰੀ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਅਮਲ ਵਿੱਚ ਲਿਆ ਰਿਹਾ ਹੈ। ਕਰਨੀ ਬਾਝੋਂ ਘੱਟੇ ਘੱਟ। ਘੱਟੇ ਘੱਟ ਦਾ ਮਤਲਬ ਘੱਟ ਹੀ ਘੱਟ, ਕਮਜ਼ੋਰ ਹੀ ਕਮਜ਼ੋਰ। ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਘੱਟ ਹੀ ਘੱਟ ਹੈ, ਨੀਵੀਂ ਹੀ ਨੀਵੀਂ ਰਹਿੰਦੀ ਹੈ, ਘਾਟਾ ਹੀ ਘਾਟਾ ਹੈ। ਜਿੱਥੇ ਕਰਨੀ ਨਹੀਂ, ਕਥਨੀ ਹੈ। ਗੱਲਾਂ ਬੇਸ਼ੱਕ ਲੋਕ ਦੇਖੋ ਬਹੁਤਾਤ ਗਿਣਤੀ ਗੱਲਾਂ ਧਰਮ ਦੀਆਂ ਕਰ ਰਹੇ ਨੇ। ਹਰ ਬੰਦਾ ਕਹਿ ਰਿਹਾ ਹੈ ਰਿਸ਼ਵਤ ਨਹੀਂ ਲੈਣੀ ਚਾਹੀਦੀ, ਝੂਠ ਨਹੀਂ ਬੋਲਣਾ ਚਾਹੀਦਾ, ਸੱਚ ਬੋਲਣਾ ਚਾਹੀਦਾ ਹੈ, ਦਹੇਜ ਨਹੀਂ ਲੈਣਾ ਚਾਹੀਦਾ, ਪਾਪ ਨਹੀਂ ਕਰਨੇ ਚਾਹੀਦੇ, ਹੇਰਾ ਫੇਰੀਆਂ ਨਹੀਂ ਕਰਨੀਆਂ ਚਾਹੀਦੀਆਂ, ਸੱਚੀ ਜ਼ਿੰਦਗੀ ਜੀਣੀ ਚਾਹੀਦੀ ਹੈ, ਪਿਆਰ ਨਾਲ ਰਹਿਣਾ ਚਾਹੀਦਾ। ਹਰ ਬੰਦਾ ਗੱਲਾਂ ਤੇ ਇਹੀ ਕਰ ਰਿਹਾ ਪਰ ਬਿਹੇਵੀਅਰ ਵਿੱਚ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿੱਥੇ ਆਚਰਣ ਚੰਗਾ ਨਹੀਂ, ਜਿੱਥੇ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ, ਉੱਥੇ ਸੁਰਤ ਸਮਝ ਘੱਟ ਹੀ ਘੱਟ ਹੈ, ਉੱਥੇ ਘਾਟਾ ਹੀ ਘਾਟਾ ਹੈ, ਉੱਥੇ ਲਾਭ ਨਹੀਂ ਹੈ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਪ੍ਰਣਵਤ ਦਾ ਮਤਲਬ ਬੇਨਤੀ ਕਰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਅਸਲ ਜੋ ਗਿਆਨਵਾਨ ਮਨੁੱਖ ਹੈ ਉਹ ਕੈਸਾ ਹੁੰਦਾ ਹੈ, ਗਿਆਨੀ ਦੇ ਲੱਛਣ ਕੀ ਨੇ। ਗਿਆਨੀ ਦਾ ਮਤਲਬ ਮੇਰੇ ਵਰਗੇ ਕੱਪੜੇ ਪਾ ਲੈਣ ਨਾਲ ਗਿਆਨੀ ਨਹੀਂ ਕੋਈ ਬਣ ਜਾਂਦਾ। ਇੱਕ ਗਿਆਨੀ ਦੀ ਡਿਗਰੀ ਹੈ, ਉਹ ਸਕੂਲ ਦੀ ਵੱਖਰੀ ਹੈ, ਇੱਥੇ ਉਸ ਗਿਆਨੀ ਦੀ ਗੱਲ ਨਹੀਂ ਹੈ। ਅਸਲ ਜੋ ਗਿਆਨਵਾਨ ਇਨਸਾਨ ਹੈ ਉਹ ਕੈਸਾ ਹੁੰਦਾ ਹੈ। ਆਪ ਪਛਾਣੈ ਬੂਝੈ ਸੋਏ। ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ ਔਰ ਪ੍ਰਭੂ ਨੂੰ ਸਮਝਦਾ ਹੈ, ਪ੍ਰਭੂ ਦੇ ਨਾਲ ਜਾਣ ਪਛਾਣ ਪਾ ਲੈਂਦਾ ਹੈ। ਅਸਲ ਗਿਆਨੀ ਉਹ ਹੈ। ਭੈ ਕਾਹੂ ਕੋ ਦੇਤ ਨਹਿ, ਨਹਿ ਪੈਮਾਨ ਆਨ ਕਹੋ ਨਾਨਕ ਸੁਨ ਰੇ ਮਨਾ। ਗਿਆਨੀ ਤਾਂ ਹੈ ਬਖਾਨ ਜੋ ਆਪਣੇ ਆਪੇ ਨੂੰ ਪਛਾਣਦਾ ਹੈ ਔਰ ਸਾਰਿਆਂ ਦੇ ਅੰਦਰ ਵਸਦੇ ਇੱਕ ਰੱਬ ਨੂੰ ਵੇਖਦਾ ਹੈ। ਅਸਲ ਗਿਆਨਵਾਨ ਉਹ ਹੈ। ਤਾਂ ਅਸਾਂ ਗਿਆਨਵਾਨ ਬਣਨਾ ਹੈ, ਅਸੀਂ ਆਪਣੇ ਆਪੇ ਦੀ ਪਛਾਣ ਕਰਨੀ ਹੈ। ਕਿਤਨਾ ਬਦਕਿਸਮਤ ਹੈ ਮਨੁੱਖ ਕਿ ਆਪਣੇ ਆਪੇ ਦੀ ਪਛਾਣ ਨਹੀਂ ਕਰ ਪਾਇਆ, ਦੂਜਿਆਂ ਦੀ ਪਛਾਣ ਵਿੱਚ ਲੱਗਾ ਹੈ। ਜੇ ਆਪਣੇ ਆਪੇ ਦੀ ਪਹਿਚਾਣ ਕਰੇ, ਸੈਲਫ ਐਨਾਲਿਸਿਸ ਕਰੇ ਕਿ ਮੇਰੇ ਵਿੱਚ ਕਿਹੜੇ ਕਿਹੜੇ ਔਗੁਣ ਨੇ, ਮੈਂ ਕਿਹੜੇ ਅਵਗੁਣ ਦੂਰ ਕਰਨੇ ਨੇ, ਕਿਹੜੇ ਕਿਹੜੇ ਮੇਰੇ ਅੰਦਰ ਗੁਣ ਨੇ ਜੋ ਮੈਂ ਧਾਰਨ ਕਰਨੇ ਨੇ, ਮੇਰੇ ਅੰਦਰ ਕੀ ਕੀ ਪੋਸੀਬਿਲਿਟੀਜ਼ ਨੇ, ਮੈਂ ਕਿੱਥੇ ਗਲਤ ਔਰ ਕਿੱਥੇ ਠੀਕ ਹਾਂ। ਜੇ ਆਪਣੀਆਂ ਗਲਤੀਆਂ ਪਾਪਾਂ ਨੂੰ ਖਤਮ ਕਰਕੇ ਚੰਗੇ ਗੁਣਾਂ ਦਾ ਧਾਰਨੀ ਹੋ ਜਾਏ, ਆਪਣੇ ਆਪੇ ਦੀ ਪਹਿਚਾਣ ਕਰੇ, ਰੱਬੀ ਗੁਣਾਂ ਦਾ ਧਾਰਨੀ ਹੋਵੇ ਔਰ ਸਾਰਿਆਂ ਦੇ ਅੰਦਰ ਵਸਦੇ ਇੱਕ ਨੂੰ ਵੇਖੇ, ਉਹ ਗਿਆਨੀ ਹੈ। ਗੁਰ ਪ੍ਰਸਾਦ ਕਰੇ ਵਿਚਾਰ। ਜੋ ਗੁਰੂ ਦੀ ਰਹਿਮਤ ਦੇ ਨਾਲ ਆਪਣੀਆਂ ਚਤੁਰਾਈਆਂ ਨੂੰ ਛੱਡ ਕੇ ਆਪਣੇ ਆਪੇ ਦੀ ਵਿਚਾਰ ਕਰਦਾ ਹੈ, ਰੱਬੀ ਗੁਣਾਂ ਦੀ ਵਿਚਾਰ ਕਰਦਾ ਹੈ, ਸੋ ਗਿਆਨੀ ਦਰਗਾਹ ਪ੍ਰਵਾਨ। ਗੁਰੂ ਜੀ ਕਹਿੰਦੇ ਨੇ ਐਸਾ ਗਿਆਨਵਾਨ ਮਨੁੱਖ ਰੱਬ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦਾ ਹੈ। ਹੁਣ ਦੇਖੋ, ਜੇ ਕੋਈ ਰੱਬ ਦੇ ਦਰ ਤੇ ਪ੍ਰਵਾਨ ਹੋਣਾ ਚਾਹੁੰਦਾ ਹੈ, ਜਿਸ ਨੂੰ ਅਸੀਂ ਰੱਬ ਦੀ ਪ੍ਰਾਪਤੀ ਕਰਨੀ ਕਹਿੰਦੇ ਆ, ਜੇ ਉਹ ਕਰਨੀ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਦੇਖੋ ਕਿੰਨਾ ਸੋਹਣਾ ਸਾਧਨ ਦੱਸਿਆ, ਆਪ ਪਛਾਣੈ ਬੂਝੈ ਸੋਏ। ਆਪਣੇ ਆਪੇ ਦੀ ਪਛਾਣ ਕਰਨੀ, ਗੁਰੂ ਦੀ ਕਿਰਪਾ ਦੇ ਨਾਲ ਰੱਬੀ ਗੁਣਾਂ ਦੀ ਵਿਚਾਰ ਕਰਨੀ, ਤੇ ਉਹ ਬੰਦਾ ਰੱਬ ਦੇ ਦਰ ਤੇ ਪ੍ਰਵਾਨ ਹੋ ਜਾਏਗਾ। ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਤੂੰ ਦਰਿਆਓ ਦਾਨਾ ਬੀਨਾ,
मैं मछली कैसे अंत लहां। दाना ਦਾ ਮਤਲਬ ਜਾਣਨ ਵਾਲਾ, ਬੀਨਾ ਦਾ ਅਰਥ ਹੈ ਵੇਖਣ ਵਾਲਾ, ਮਛਲੀ ਦਾ ਮਤਲਬ ਛੋਟੀ ਦੀ ਮੱਛੀ। हे प्रभु तू एक दरिया ਦੀ ਤਰ੍ਹਾਂ ਹੈ, ਮੈਂ ਤੇਰੇ ਵਿੱਚ ਰਹਿਣ ਵਾਲੀ ਇੱਕ ਨਿੱਕੀ ਜੀ ਮੱਛੀ ਹਾਂ। ਮੈਂ ਤੇਰਾ ਅਖੀਰਲਾ ਬੰਨਾ ਨਹੀਂ ਲੱਭ ਸਕਦੀ। ਤੂੰ ਮੇਰੀ ਪੂਰੀ ਹਾਲਾਤ ਨੂੰ ਵੀ ਜਾਣਦਾ ਹੈ ਔਰ ਮੇਰੀ ਪੂਰੀ ਹਾਲਾਤ ਨੂੰ ਵੇਖਦਾ ਵੀ ਹੈ। ਕਿ हे ਪ੍ਰਭੂ ਤੂੰ ਮੇਰੀ ਮਾਨਸਿਕਤਾ ਨੂੰ ਵੀ ਜਾਣਦਾ ਹੈ, ਤੂੰ ਮੇਰੇ ਬਾਹਰੀ ਕਰਮਾਂ ਨੂੰ ਵੀ ਵੇਖਦਾ ਹੈ। ਤੂੰ ਇੱਕ ਦਰਿਆ ਦੀ ਤਰ੍ਹਾਂ ਹੈ ਔਰ ਮੈਂ ਇੱਕ ਨਿੱਕੀ ਜੀ ਮੱਛੀ ਦੀ ਤਰ੍ਹਾਂ ਹਾਂ। ਮੈਂ ਤੇਰਾ ਅੰਤ ਕਿਵੇਂ ਪਾ ਸਕਦਾ ਹਾਂ? ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਤੂੰ ਮੇਰੀ ਹਰ ਹਾਲਾਤ ਨੂੰ ਜਾਣਦਾ ਹੈ। ਇਹਦਾ ਮਤਲਬ ਕਿ ਸਾਡੀ ਜੋ ਮਾਨਸਿਕਤਾ ਹੈ, ਸਾਡੇ ਜੋ ਕਰਮ ਨੇ, ਉਹ ਵਾਚੇ ਜਾ ਰਹੇ ਨੇ ਤੇ ਉਹਨਾਂ ਮੁਤਾਬਕ ਹੀ ਸਾਨੂੰ ਫਲ ਮਿਲਣਾ ਹੈ। ਜਹ ਜਹ ਦੇਖਾਂ ਤਹ ਤਹ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਮੈਂ ਮੱਛੀ ਦਰਿਆ ਵਿੱਚ ਜਿੱਧਰ ਜਿੱਧਰ ਵੇਖਦੀਆਂ ਉਧਰ ਤੂੰ ਹੈ, ਦਰਿਆ ਹੀ ਦਰਿਆ ਹੈ। ਜੇ ਮੈਂ ਦਰਿਆ ਚੋਂ ਬਾਹਰ ਨਿਕਲ ਜਾਵਾਂ ਤਾਂ ਉਸੇ ਵੇਲੇ ਤੜਪ ਤੜਪ ਕੇ ਮੇਰਾ ਜੀਵਨ ਖਤਮ ਹੋ ਜਾਏਗਾ। ਤਾਂ ਗੁਰੂ ਜੀ ਕਹਿ ਰਹੇ ਨੇ, हे ਮਾਲਕ, ਜਿੱਧਰ ਵੀ ਮੈਂ ਦੇਖਦਾ ਹਾਂ ਉਧਰ ਤੂੰ ਫੈਲਿਆ ਹੋਇਆ ਹੈ। ਇਹ ਸਾਰਾ ਜਗਤ ਦਿਸਦਾ ਹੋਇਆ ਤੇਰਾ ਹੀ ਰੂਪ ਹੈ। ਜਦੋਂ ਮੈਂ ਤੇਰੇ ਹੁਕਮ ਤੋਂ ਬਾਹਰ ਹੁੰਦਾ ਹਾਂ, ਜਦੋਂ ਮੇਰੀ ਸੁਰਤ ਤੇਰੇ ਗੁਣਾਂ ਦੇ ਨਾਲੋਂ ਟੁੱਟਦੀ ਹੈ, ਉਦੋਂ ਫੂਟ ਮਰਾਂ ਦਾ ਮਤਲਬ ਮੈਂ ਤੜਪ ਤੜਪ ਕੇ ਮਰਦਾ ਹਾਂ। ਮੇਰੀ ਆਤਮਿਕ ਮੌਤ ਹੁੰਦੀ ਹੈ ਔਰ ਮੈਂ ਦੁਖੀ ਹੁੰਦਾ ਹਾਂ। ਨਾ ਜਾਣਾ ਮੇਓ, ਨਾ ਜਾਣਾ ਜਾਲੀ। ਮੇਓ ਦਾ ਮਤਲਬ ਮਲਾ, ਯਾਨੀ ਮੱਛੀਆਂ ਫੜਨ ਵਾਲੇ। ਦਰਿਆਵਾਂ ਦੇ ਕੰਢੇ ਮਲਾਹ ਹੀ ਆਮ ਤੌਰ ਤੇ ਮੱਛੀਆਂ ਫੜਨ ਦਾ ਕੰਮ ਵੀ ਕਰਦੇ ਸਨ। ਤਾਂ ਗੁਰੂ ਜੀ ਕਹਿੰਦੇ ਨੇ, हे ਪ੍ਰਭੂ, ਤੈਥੋਂ ਵਿਛੋੜਨ ਵਾਲੇ, ਨਾ ਮੈਨੂੰ ਮਾਛੀ ਦੀ ਸਮਝ ਹੈ ਔਰ ਨਾ ਮੈਨੂੰ ਜਾਲ ਦੀ ਸਮਝ ਹੈ ਕਿ ਕੌਣ ਮੈਨੂੰ ਵਿਕਾਰਾਂ ਵਿੱਚ ਫਸਾ ਰਿਹਾ ਹੈ, ਕਿਵੇਂ ਮੈਂ ਵਿਕਾਰਾਂ ਵਿੱਚ ਫਸੀ ਜਾ ਰਿਹਾ ਹਾਂ, ਕਿਹੜੇ ਜਾਲ ਨੇ, ਮੈਨੂੰ ਸਮਝ ਨਹੀਂ, ਮੈਂ ਅਗਿਆਨੀ ਹਾਂ। ਪਰ ਜਾਂ ਦੁੱਖ ਲੱਗੇ ਤਾਂ ਤੁਝੇ ਸੰਭਾਲਦਾ ਹਾਂ। ਤੈਥੋਂ ਵਿਛੋੜਨ ਵਾਸਤੇ ਜਦੋਂ ਮੈਨੂੰ ਕੋਈ ਆਤਮਿਕ ਦੁੱਖ ਲੱਗਦਾ ਹੈ ਤਾਂ ਮੈਂ ਤੈਨੂੰ ਯਾਦ ਕਰਦੀ ਹਾਂ। ਯਾਨੀ ਜਦੋਂ ਮੈਨੂੰ ਕੋਈ ਦੁੱਖ ਲੱਗਦਾ ਹੈ ਤਾਂ ਉਦੋਂ ਮੈਂ ਤੈਨੂੰ ਯਾਦ ਕਰਦੀ ਹਾਂ। ਮੈਨੂੰ ਹੋਰ ਨਹੀਂ ਪਤਾ, ਨਾ ਮੈਨੂੰ ਜਾਲ ਦਾ ਪਤਾ ਹੈ, ਨਾ ਮੈਨੂੰ ਮਾਛੀ ਦਾ ਪਤਾ ਹੈ। ਮੈਨੂੰ ਇਹ ਪਤਾ ਹੈ ਕਿ ਜੇ ਤੇਰੇ ਗੁਣਾਂ ਨੂੰ ਯਾਦ ਕੀਤਾ ਜਾਏ ਤਾਂ ਇਹਨਾਂ ਜੰਜਾਲਾਂ ਤੋਂ, ਪਾਪਾਂ, ਵਿਕਾਰਾਂ ਤੋਂ ਬਚ ਜਾਈਦਾ। ਇਸ ਲਈ ਜਦੋਂ ਮੈਨੂੰ ਦੁੱਖ ਲੱਗਦਾ ਹੈ ਤਾਂ ਉਦੋਂ ਮੈਂ ਤੈਨੂੰ ਯਾਦ ਕਰਦੀ ਹਾਂ, ਭਾਵ ਕਿ ਤੇਰੇ ਗੁਣਾਂ ਨੂੰ ਇੰਪਲੀਮੈਂਟ ਮੈਂ ਕਰਦਾ। ਤੂੰ ਭਰਪੂਰ ਜਾਣਿਆ ਮੈਂ ਦੂਰ। ਭਰਪੂਰ ਨਹੀਂ ਪੜਨਾ, ਭਰਪੂਰ ਪੜਿਆ ਭੱਬਾ ਭੁੱਲ ਜਾਂਦਾ। ਭਰਪੂਰ ਪੱਪਾ ਬੁਲਾਉਣ ਦਾ ਯਤਨ ਕਰਨਾ। ਤੂੰ ਭਰਪੂਰ ਜਾਣਿਆ ਮੈਂ ਦੂਰ। ਭਰਪੂਰ ਦਾ ਮਤਲਬ ਨਕਾ ਨਕ ਭਰਿਆ, ਹਰ ਥਾਂ ਮੌਜੂਦ। ਕਿ हे ਪ੍ਰਭੂ, ਤੂੰ ਇਸ ਜਗਤ ਦੇ ਅੰਦਰ ਹਰ ਥਾਂ ਮੌਜੂਦ ਹੈ, ਪਰਿਪੂਰਨ ਹੈ। ਪਰ ਮੇਰੀ ਭੁੱਲ ਕੀ ਹੈ? ਜਾਣਿਆ ਮੈਂ ਦੂਰ। ਮੈਂ ਤੈਨੂੰ ਦੂਰ ਸਮਝਿਆ ਹੈ ਕਿ ਸ਼ਾਇਦ ਤੂੰ ਉੱਤੇ ਸੱਚਖੰਡ ਵਿੱਚ ਬੈਠਾ ਹੈ, ਜਾਂ ਤੂੰ ਉੱਤੇ ਕਿਤੇ ਜੰਨਤ ਸਵਰਗ ਵਿੱਚ ਬੈਠਾ ਹੈ। ਤੂੰ ਤੇ ਪਰਿਪੂਰਨ ਹੈ, ਹਰ ਥਾਂ ਤੇ ਸਮਾਇਆ ਹੈ। ਮੈਂ ਹੀ ਤੈਨੂੰ ਦੂਰ ਸਮਝੀ ਬੈਠਾ ਹਾਂ। ਜੋ ਕੁਛ ਕਰੀ ਸੋ ਤੇਰੇ ਹਦੂਰ। ਕਰੀ ਨਹੀਂ ਬਿੰਦੀ ਲਗਾ ਕੇ ਕਰੀ, ਮੈਂ ਕਰਦਾ ਹਾਂ। ਤੇਰੇ ਹਦੂਰ ਦਾ ਮਤਲਬ ਤੇਰੀ ਹਾਜ਼ਰੀ ਵਿੱਚ ਜੋ ਕੁਛ ਵੀ ਮੈਂ ਕਰਦੀ ਹਾਂ ਉਹ ਤੇਰੀ ਹਜ਼ੂਰੀ ਵਿੱਚ ਹੈ। ਅਸਲ ਗੱਲ ਇਹ ਹੈ ਕਿ ਜੋ ਕੁਛ ਮੈਂ ਕਰਦਾ ਹਾਂ ਤੇਰੀ ਹਜ਼ੂਰੀ ਵਿੱਚ ਕਰ ਰਿਹਾ। ਮੇਰਾ ਕੋਈ ਕਰਮ, ਮੇਰਾ ਕੋਈ ਬੋਲ, ਮੇਰੀ ਕੋਈ ਸੋਚ ਤੇਰੇ ਤੋਂ ਛਿਪੀ ਹੋਈ ਨਹੀਂ ਰਹਿ ਸਕਦੀ। ਲੇਕਿਨ ਮੇਰੀ ਸਮੱਸਿਆ ਕੀ ਹੈ? ਤੂੰ ਦੇਖੈਂ ਹੋਂ ਮੁੱਕਰ ਪਾਉ। ਪਾਉ ਨਹੀਂ ਪੜਨਾ, ਪਾਉ। ਮੁੱਕਰ ਪਾਉਣ ਦਾ ਮਤਲਬ ਮੁੱਕਰ ਜਾਂਦਾ ਹਾਂ। ਤੂੰ ਸਭ ਕੁਝ ਵੇਖਦਾ ਹੈ, ਮੈਂ ਫਿਰ ਵੀ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ। ਮੈਂ ਫਿਰ ਵੀ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ। ਹੁਣ ਇਸ ਦੁਨੀਆ ਵੱਲ ਝਾਤ ਮਾਰੋ।
ਦੁਨੀਆ ਦੇ ਵਿੱਚ ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ, ਬੰਬ ਧਮਾਕੇ ਸਾਰਾ ਕੁਝ ਹੋ ਰਿਹਾ ਨਾ, ਲੇਕਿਨ ਸਾਰੇ ਲੋਕ ਮੁੱਕਰ ਰਹੇ ਨੇ ਜੀ ਅਸੀਂ ਤੇ ਚੰਗੇ ਹਾਂ, ਅਸੀਂ ਤੇ ਮਾੜਾ ਕੰਮ ਕਰਦੇ ਨਹੀਂ। ਕੋਈ ਮੰਨਦਾ ਹੈ, ਚੋਰ ਮੰਨਦਾ ਹੈ ਕਿ ਮੈਂ ਚੋਰੀਆਂ ਕਰਨਾ? ਜੇਬ ਕਤਰਨ ਵਾਲੇ ਮੰਨਦੇ ਨੇ ਕਿਤੇ? ਮਿਲਾਵਟਾਂ ਬਣਾਉਣ ਵਾਲੇ, ਪਾਉਣ ਵਾਲੇ ਖਾਦ ਪਦਾਰਥਾਂ ਦੇ ਵਿੱਚ ਮੰਨਦੇ ਨੇ ਕਿਤੇ? ਰਾਜਨੀਤਿਕ ਲੀਡਰ ਜੋ ਪੈਸੇ ਖਾ ਜਾਂਦੇ ਨੇ ਉਹ ਕਿਤੇ ਮੰਨਦੇ ਨੇ? ਮੁੱਕਰਦੇ ਨੇ ਸਾਰੇ। ਧਾਰਮਿਕ ਦੁਨੀਆ ਦੇ ਵਿੱਚ ਲੋਕ ਮੁੱਕਰ ਰਹੇ ਨੇ। ਹੇ ਮਾਲਕ, ਤੂੰ ਸਭ ਥਾਵਾਂ ਤੇ ਵੇਖ ਰਿਹਾ ਹੈ ਤੇ ਮੈਂ ਮੁੱਕਰਦਾ ਹਾਂ। ਤੂੰ ਮੇਰੇ ਹਰ ਕਰਮ ਨੂੰ ਜਾਣਨ ਵਾਲਾ ਹੈ, ਮੌਕੇ ਦਾ ਗਵਾਹ ਹੈ, ਪਰ ਮੈਂ ਫਿਰ ਵੀ ਮੁੱਕਰ ਰਿਹਾ। ਤੇਰਾ ਕੰਮ ਨਾ ਤੇਰੇ ਨਾਏ। ਤੇਰੇ ਕੰਮ ਦਾ ਮਤਲਬ ਤੇਰੇ ਕੰਮ ਵਿੱਚ, ਤੇਰੇ ਨਾਏ ਦਾ ਮਤਲਬ ਤੇਰੇ ਨਾਮ ਵਿੱਚ, ਤੇਰੇ ਹੁਕਮ ਵਿੱਚ। ਨਾ ਤਾਂ ਮੈਂ ਉਸ ਕੰਮ ਵਿੱਚ ਲੱਗਦਾ ਹਾਂ ਜੋ ਕੰਮ ਤੈਨੂੰ ਪ੍ਰਵਾਨ ਹੈ, ਔਰ ਨਾ ਮੈਂ ਤੇਰੇ ਹੁਕਮ ਵਿੱਚ ਤੁਰਨਾ, ਨਾ ਮੈਂ ਤੇਰੀ ਸਿਫਤ ਸਲਾਹ ਕਰਨਾ। ਤੇਰੇ ਨਾਏ ਦਾ ਮਤਲਬ ਤੇਰੀ ਸਿਫਤ ਸਲਾਹ ਕਰਨੀ। हे ਪ੍ਰਭੂ, ਨਾ ਮੈਂ ਉਸ ਕੰਮ ਵਿੱਚ ਲੱਗਦਾ ਜੋ ਕੰਮ ਤੈਨੂੰ ਪ੍ਰਵਾਨ ਹੋਵੇ, ਤੇ ਨਾ ਮੈਂ ਤੇਰੀ ਸਿਫਤ ਸਲਾਹ ਕਰਨਾ, ਨਾ ਮੈਂ ਤੇਰੇ ਗੁਣਾਂ ਦਾ ਧਾਰਨੀਆਂ, ਨਾ ਮੈਂ ਤੇਰੀ ਰਜ਼ਾ ਦੇ ਵਿੱਚ ਤੁਰ ਰਿਹਾ। ਤੂੰ ਮੇਰੇ ਹਰ ਕਰਮ ਨੂੰ ਜਾਣਦਾ, ਫਿਰ ਵੀ ਮੈਂ ਮੁੱਕਰ ਰਿਹਾ। ਜੇਤਾ ਦੇਹ ਤੇਤਾ ਹੂੰ ਖਾऊं, ਜੋ ਕੁਛ ਤੂੰ ਮੈਨੂੰ ਦਿੰਦਾ ਹੈ ਉਹੀ ਮੈਂ ਖਾਂਦਾ ਹਾਂ, ਜੋ ਦੇ ਰਿਹਾ ਹੈ ਉਹੀ ਖਾ ਰਿਹਾ। ਹੁਣ ਇਹ ਹਕੀਕਤ ਹੈ ਕਿ ਜੇ ਧਰਤੀ ਦੇ ਅੰਦਰ ਪੈਦਾਇਸ਼ੀ ਸ਼ਕਤੀ ਹੈ ਤਾਂ ਅਸੀਂ ਕੋਈ ਚੀਜ਼ ਪੈਦਾ ਕਰਕੇ ਖਾ ਰਹੇ ਹਾਂ। ਜੇ ਕੁਦਰਤ ਵਿੱਚ ਪਾਣੀ ਹੈ ਤਾਂ ਅਸੀਂ ਪਾਣੀ ਪੀ ਰਹੇ ਹਾਂ, ਤੇ ਜੇ ਕੁਝ ਹੋਵੇ ਨਾ ਤੇ ਅਸੀਂ ਕਿੱਥੋਂ ਵਰਤ ਲਾਂਗੇ? हे ਮਾਲਕ, ਜਿੰਨਾ ਤੂੰ ਦਿੰਦਾ ਹੈ ਉਹਨਾਂ ਮੈਂ ਖਾਂਦਾ ਹਾਂ, ਭਾਵ ਕਿ ਮੈਨੂੰ ਜੀਵਨ ਔਰ ਜੀਵਨ ਦੀਆਂ ਲੋੜਾਂ ਤੇਰੇ ਹੁਕਮ ਵਿੱਚ ਪੂਰੀਆਂ ਹੋ ਰਹੀਆਂ ਨੇ। ਬਿਆ ਦਰ ਨਾਹੀ ਕਹਿ ਦਰ ਜਾਉ। ਬਿਆ ਦਾ ਮਤਲਬ ਦੂਜਾ, ਦਰ ਦਾ ਮਤਲਬ ਦਰਵਾਜ਼ਾ, ਘਰ, ਆਸਰਾ। ਕਿ हे ਮਾਲਕ, ਤੇਰੇ ਦਰ ਤੋਂ ਬਿਨਾ ਹੋਰ ਕੋਈ ਦਰ ਨਹੀਂ ਹੈ। ਮੇਰੇ ਵਾਸਤੇ ਤੇਰੇ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ ਹੈ ਜਿਸ ਦਰ ਤੇ ਮੈਂ ਜਾਵਾਂ, ਜਿੱਥੋਂ ਮੈਨੂੰ ਇਹ ਦਾਤਾਂ ਮਿਲਣ। ਕੋਈ ਬਾਬਾ ਧਰਤੀ ਬਣਾ ਸਕਦਾ ਮੇਰੇ ਲਈ, ਕੋਈ ਬਾਬਾ ਹਵਾ ਪੈਦਾ ਕਰ ਸਕਦਾ, ਕੋਈ ਬਾਬਾ ਪਾਣੀ ਪੈਦਾ ਕਰ ਸਕਦਾ, ਕੋਈ ਜੋਤਸ਼ੀ, ਕੋਈ ਮੜੀ, ਕੋਈ ਕਬਰ, ਇਹ ਚੀਜ਼ਾਂ ਪੈਦਾ ਕਰ ਸਕਦੀਆਂ ਨੇ। ਕਿਹਦੇ ਕੋਲੋਂ ਮੰਗਾ? ਕੋਈ ਸਿਸਟਮ ਨੂੰ ਚੇਂਜ ਕਰ ਸਕਦਾ? ਤੇਰੇ ਤੋਂ ਬਿਨਾ ਹੋਰ ਕੋਈ ਆਸਰਾ ਹੈ ਹੀ ਨਹੀਂ ਜਿਸ ਆਸਰੇ ਦੀ ਮੈਂ ਭਾਲ ਕਰਾਂ, ਜਿਸ ਦੇ ਦਰ ਤੇ ਜਾਵਾਂ। ਨਾਨਕ ਇਹ ਕਹਿ ਅਰਦਾਸ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ हे ਪ੍ਰਭੂ, ਮੈਂ ਤੇਰੇ ਦਰ ਤੇ ਇੱਕ ਅਰਦਾਸ ਕਰਦਾ ਹਾਂ, ਬੇਨਤੀ ਕਰਦਾ ਹਾਂ। ਜੀਓ ਪਿੰਡ ਸਭ ਤੇਰੇ ਪਾਸ। ਤੇਰੇ ਪਾਸ ਦਾ ਮਤਲਬ ਤੇਰੇ ਕੋਲ, ਤੇਰੇ ਹਵਾਲੇ। ਕਿ ਮੇਰੀ ਇਹ ਜਿੰਦ ਵੀ ਔਰ ਮੇਰਾ ਇਹ ਸਰੀਰ ਵੀ ਇਹ ਤੇਰਾ ਦਿੱਤਾ ਹੋਇਆ ਹੈ, ਔਰ ਇਹ ਤੇਰੇ ਹੀ ਮੈਂ ਹਵਾਲੇ ਕਰਦਾ ਹਾਂ। ਤੇਰੇ ਦਰ ਤੇ ਹਵਾਲੇ ਕਰਦਾ ਹਾਂ, ਤੇਰੇ ਹਵਾਲੇ ਕਰਦਾ ਹਾਂ। ਜੀਓ ਪਿੰਡ, ਜਿੰਦ, ਜਾਨ, ਸਰੀਰ ਤੇਰਾ ਦਿੱਤਾ ਹੋਇਆ ਹੈ, ਤੇ ਇਹ ਮਾਲਕ, ਇਹਨੂੰ ਮੈਂ ਤੇਰੇ ਹੀ ਹਵਾਲੇ ਕਰਦਾ ਹਾਂ। ਆਪੇ ਨੇੜੇ, ਦੂਰ ਆਪੇ ਹੀ, ਆਪੇ ਮਨ ਮਿਆਨੋ। ਇੱਥੇ ਮਿਆਨ ਦੇ ਨੰਨੇ ਥੱਲੇ ਔਂਕੜ ਵੀ ਹੈ, ਉੱਤੇ ਹੋੜਾ ਵੀ ਹੈ। ਅਸਲ ਸ਼ਬਦ ਹੈ ਮਿਆਨ, ਪਰ ਇਹਨੂੰ ਪੜ੍ਹਨਾ ਹੈ ਮਿਆਨੋ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ हे ਪ੍ਰਭੂ, ਤੂੰ ਆਪ ਹਰੇਕ ਜੀਵ ਦੇ ਨੇੜੇ ਹੈ, ਆਪ ਦੂਰ ਵੀ ਹੈ, ਔਰ ਆਪ ਸਾਰੇ ਜਗਤ ਦੇ ਅੰਦਰ ਸਮਾਇਆ ਵੀ ਹੋਇਆ ਹੈ। ਮਿਆਨੋਂ ਦਾ ਮਤਲਬ ਮਿਆਨ ਵਿੱਚ ਦਰਮਿਆਨ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਪ੍ਰਭੂ ਆਪ ਹੀ ਹਰੇਕ ਜੀਵ ਦੇ ਨੇੜੇ ਹੈ, ਆਪ ਹੀ ਤੂੰ ਦੂਰ ਹੈ, ਆਪ ਹੀ ਸਾਰੇ ਜਗਤ ਦੇ ਅੰਦਰ ਮੌਜੂਦ ਹੈ। ਆਪੇ ਵੇਖੈ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋਂ। ਪ੍ਰਭੂ ਆਪ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹਰੇਕ ਦੀ ਗੱਲ ਸੁਣਦਾ ਹੈ, ਔਰ ਆਪ ਆਪਣੀ ਸੱਤਿਆ ਦੇ ਨਾਲ ਸੰਸਾਰ ਨੂੰ, ਜਗਤ ਨੂੰ, ਜੀਵਾਂ ਨੂੰ ਪੈਦਾ ਕਰਦਾ ਹੈ। ਜੋ ਤਿਸ ਭਾਵੈ ਨਾਨਕਾ, ਹੁਕਮ ਸੋਈ ਪਰਵਾਨੋ। ਤਾਂ ਗੁਰੂ ਜੀ ਕਹਿੰਦੇ ਨੇ, हे ਨਾਨਕ, ਜੋ ਹੁਕਮ ਉਸ ਨੂੰ ਚੰਗਾ ਲੱਗਦਾ ਹੈ, ਉਹ ਹੁਕਮ ਹਰੇਕ ਜੀਵ ਨੂੰ ਕਬੂਲ ਕਰਨਾ ਪੈਂਦਾ ਹੈ। ਉਸ ਹੁਕਮ ਦੇ ਅੰਦਰ ਹਰੇਕ ਜੀਵ ਨੂੰ ਰਹਿਣਾ ਪੈਂਦਾ ਹੈ। ਜੋ ਉਸ ਪ੍ਰਭੂ ਨੂੰ ਪਾਉਂਦਾ ਹੈ ਉਹੀ ਇਸ ਸੰਸਾਰ ਨੂੰ ਪ੍ਰਵਾਨ ਹੁੰਦਾ ਹੈ, ਉਹੀ ਸੰਸਾਰ ਦੇ ਜੀਵਾਂ ਨੂੰ ਕਰਨਾ ਪੈਂਦਾ ਹੈ। ਹੁਕਮ, ਰਜ਼ਾ ਔਰ ਭਾਣੇ ਤੋਂ ਬਾਹਰ ਕੋਈ ਚੱਲ ਨਹੀਂ ਸਕਦਾ।
ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ-ਮੋਟਾ ਸਵਾਲ ਹੈ, ਤਾਂ ਆਪ ਉਹ ਸਵਾਲ ਕਰ ਸਕਦੇ ਹੋ ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਕੋਈ ਵਿਚਾਰ ਦੇਣੇ ਨੇ, ਤਾਂ ਉਹ ਆਪਣੇ ਵਿਚਾਰ ਦੇ ਸਕਦੇ ਹੋ। ਅਨਮਿਊਟ ਹੋ ਜਾਓ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।